ਜਦੋਂ ਉਹਨਾਂ ਦਾ ਟਰਾਇਲ ਚੱਲਦਾ ਹੈ ਜਿੰਦੇ ਸੁੱਖੇ ਦਾ ਤੇ ਜੱਜ ਇੰਨਾ ਕੁ ਮੁਤਾਸਰ ਹੁੰਦਾ ਹੈ, ਜੱਜ ਵਕੀਲ ਰਾਹੀਂ ਸੁਨੇਹਾ ਵੀ ਭੇਜਦਾ ਕਿ ਜੇ ਤੁਸੀਂ ਆ ਕੇ ਜਦੋਂ ਸਾਹਮਣੇ ਹੁੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨੇ, ਉਹ ਕਹਿੰਦੇ ਵੀ ਮੈਂ ਜਿਹੜਾ ਇਹਨਾਂ ਨੂੰ ਫਾਂਸੀ ਨਹੀਂ ਦੇਣਾ ਚਾਹੁੰਦਾ, ਮੈਂ ਉਮਰ ਕੈਦ 'ਚ ਇਹਨੂੰ ਖਤਮ ਕਰ ਦੇਣਾ ਚਾਹੁੰਦਾ ਸਜ਼ਾ ਨੂੰ, ਪਰ ਇਹਨਾਂ ਨੂੰ ਕੋ ਘੱਟੋ ਘੱਟ ਇਹ ਤਾਂ ਨਾ ਲਾਣ ਨਾਲ। ਜਿਸ ਦਿਨ ਉਹ ਜੱਜ ਫਾਈਨਲੀ ਆਪਣਾ ਫੈਸਲਾ ਸੁਣਾਉਂਦਾ ਸਜ਼ਾਏ ਮੌਤ ਦਾ, ਤੇ ਇਹ ਖੁਸ਼ੀ ਦੇ ਵਿੱਚ ਝੂਮਦੇ ਆਇਆ ਉਹਨੂੰ ਕਹਿੰਦੇ ਨੇ ਕਿ ਅਸੀਂ ਤੂੰ ਸ਼ਾਮ ਨੂੰ ਸਾਡੀ ਬੈਰਕ 'ਚ ਆਈ, ਅਸੀਂ ਤੇਰਾ ਮੂੰਹ ਮਿੱਠਾ ਕਰਵਾਉਣਾ, ਤੂੰ ਸਾਡਾ ਮੌਤ ਲਾੜੀ ਨਾਲ ਵਿਆਹ ਰਚਾ ਰਿਹਾ। ਜਦੋਂ ਉਹਨਾਂ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਫਾਂਸੀ ਲੱਗਣ ਤੋਂ ਪਹਿਲਾਂ ਤੱਕ ਭਾਈ ਜਿੰਦਾ ਤੇ ਭਾਈ ਸੁੱਖਾ ਉਵੇਂ ਹੀ ਕਾਇਮ ਸੀ ਜਿਵੇਂ ਉਹ ਪਹਿਲਾਂ ਰਹਿੰਦੇ ਸੀ। ਉਹਨਾਂ ਨੇ ਜੇਲ੍ਹ ਦੇ ਵੱਡੇ ਅਫਸਰ ਤੇ ਪੁਲਿਸ ਅਫਸਰਾਂ ਨਾਲ ਹੱਥ ਮਿਲਾ ਕੇ ਉਹਨਾਂ ਦਾ ਧੰਨਵਾਦ ਕੀਤਾ। ਇਹ ਧੰਨਵਾਦ ਜੇਲ੍ਹ ਵਿੱਚ ਰਹਿਣ ਸਮੇਂ ਅਫਸਰਾਂ ਵੱਲੋਂ ਉਹਨਾਂ ਨਾਲ ਕੀਤੇ ਗਏ ਸ਼ਾਨਦਾਰ ਵਿਹਾਰ ਕਰਕੇ ਸੀ। ਆਮ ਤੌਰ ਤੇ ਜਿਹੜੇ ਲੋਕ ਟੈਰਰਿਸਟ ਜਾਂ ਦਹਿਸ਼ਤਗਰਦੀ ਜਿਨ੍ਹਾਂ ਨੂੰ ਇਹ ਕਹਿੰਦੇ ਨੇ, ਉਹ ਪੈਥੋਲੋਜੀਕਲ ਫਿਨੋਮੀਨਾ ਹੁੰਦਾ ਹੈ ਕਿ ਜੀ ਮੈਂਟਲੀ, ਉਹਨੇ ਕਿਹਾ ਵੀ ਇੰਨਾ ਕੌਨਫੀਡੈਂਸ, ਇੰਨਾ ਚਾਰਮਿੰਗ, ਇੰਨਾ ਵੀ ਉਹ ਜਿਹੜਾ ਜਿੰਦੇ ਦੀ ਪਰਸਨੈਲਿਟੀ ਦਾ ਦੂਸਰਾ ਹਿੱਸਾ ਹੈ ਉਹਨੂੰ ਮਿਲ ਕੇ ਕਦੇ ਲੱਗਦਾ ਹੀ ਨਹੀਂ ਵੀ ਇਹ ਇੰਨਾ ਰੂਥਲੈਸ ਕਿਲਰ ਹੋਏਗਾ। ਉਹ ਤਾਂ ਹੁਣ ਆਪਣੀ ਲੈਂਗੁਏਜ ਇਸਤੇਮਾਲ ਕਰ ਰਿਹਾ। ਉਹਨੇ ਕਿਹਾ ਭਾਵੇਂ ਸਾਨੂੰ ਉਦੋਂ ਪਤਾ ਨਹੀਂ ਸੀ ਵੀ ਇਹ ਇੰਨਾ ਖਤਰਨਾਕ ਹੈ ਬੰਦਾ, ਪਰ ਕਹਿੰਦੇ ਜਦੋਂ ਗੱਲ ਕਰ ਰਿਹਾ ਸੀ ਉਹ ਇਵੇਂ ਕਰ ਰਿਹਾ ਸੀ ਕਿ ਅਸੀਂ ਤੇ ਤੁਸੀਂ, ਮਤਲਬ ਦੋ ਤਰ੍ਹਾਂ ਸੀ, ਖਾਲਿਸਤਾਨ ਵਾਲੇ, ਤੁਸੀਂ ਇੰਡੀਆ ਵਾਲੇ, ਤੁਸੀਂ ਸਾਡੇ ਨਾਲ ਇਹ ਕੀਤਾ, ਅਸੀਂ ਤੁਹਾਨੂੰ ਹੁਣ ਆਹ ਕੀਤਾ ਜੇ ਅਸੀਂ ਆਹ ਕਰਨਾ। ਇਟ ਸਟਕ ਮੀ even then that he was more forthcoming and almost friendly with me, because here he was talking to a head of Delhi police on an equal footing. ਉਹ ਮੇਰੇ ਨਾਲ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ, ਉਹਨੂੰ ਕੋਈ ਕੰਪਲੈਕਸ ਨਹੀਂ ਸੀ। ਖੂਨ ਨਿਕਲ ਰਿਹਾ ਸਾਰੇ ਪਾਸੇ, ਕਹਿੰਦਾ ਮੈਨੂੰ ਦੇਖਦੇ ਆ, ਕਹਿੰਦਾ ਮੁਬਾਰਕ ਹੋ, ਹੁਣ ਤੁਹਾਨੂੰ ਅਹੁਦਾ ਮਿਲੇਗਾ। ਕਹਿੰਦਾ ਮੈਂ ਹੈਰਾਨ ਹਾਂ, here was a man almost on his deathbed and yet he had the audacy to poke fun and laugh, ਕਿ ਮੌਤ ਨਾਲ ਖੇਡ ਰਿਹਾ ਹੈ, ਮੌਤ ਵੱਲ ਜਾ ਰਿਹਾ ਹੈ, ਔਰ ਉਹਨੂੰ ਫਨ ਔਰ ਜੋਕਸ ਸੁਝ ਰਹੇ ਨੇ। ਤਾਂ ਉਹਨੂੰ ਇਵੇਂ ਫਖਰ ਲੱਗ ਰਿਹਾ ਸੀ ਕਿ ਮੈਂ ਆਪਣੇ ਕੌਜ਼ ਲਈ ਤੁਰਿਆ ਔਰ ਹੁਣ ਮੈਂ ਵੱਡੀ ਕੁਰਬਾਨੀ ਜਿਹੜੀ ਹੈ ਮੇਰੀ ਝੋਲੀ 'ਚ ਪੈਣੀ ਹੈ। ਪਰ ਉਹਨੂੰ ਇਹ ਵੀ ਸੀ ਵੀ ਮੈਂ ਇਹ ਪੁਲਿਸ ਕਮਿਸ਼ਨਰ ਨੂੰ, ਜਿਹੜਾ ਆਪਣੇ ਆਪ ਨੂੰ ਵੇਦ ਵਰਵਾ ਕਹਿ ਰਿਹਾ, ਕਿ ਵੀ ਇਹਨੂੰ ਵੀ ਮੈਂ ਚੰਗੇ ਚੱਕਵੇਂ ਦਿੱਤੇ ਨੇ। ਮੈਂ ਹੁਣ ਇੰਟਰੋਗੇਸ਼ਨ ਲਈ ਨਹੀਂ ਗਿਆ, ਮੈਂ ਤਾਂ ਉਹਦਾ ਇੱਕ ਤਾਰੀਫ ਕਰਨ ਵਾਲਾ, ਉਸ ਦਾ ਪ੍ਰਸ਼ੰਸਕ ਬਣ ਚੁੱਕਾ ਸੀ। ਮੈਂ ਕਹਿੰਦਾ ਇਹ ਮੰਨਣਾ ਚਾਹੁੰਦਾ ਕਿ ਮੇਰਾ ਇਹ ਬਿਹੇਵ ਪੁਲਿਸ ਵਾਲਾ ਨਹੀਂ ਸੀ। ਦਿਸ ਟਾਈਮ ਨਾਟ ਟੂ ਇੰਟਰੋਗੇਟ ਹਿਮ ਬਟ ਟੂ ਸੀ ਸਮਵਨ who had earned my respect. I must confess that then my feelings for this man were not that of a professional police officer, of an outlaw, but were mixed with some warmth and admiration. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ੂਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਰਾਸ਼ਟਰ ਵਾਲੇ ਸਾਰਿਆਂ ਨੂੰ ਹੀ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 9 ਅਕਤੂਬਰ 2023, 25 ਅਸੋ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਬਸਟ੍ਰੀਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ।
ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਪਿਛਲੇ ਦਿਨਾਂ ਦੀ ਕਾਰਵਾਈ ਉਹਦੇ ਹਵਾਲੇ ਨਾਲ ਤੇ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵੀਕਐਂਡ ਦੇ ਹਵਾਲੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸੀਸੀਪੀ ਸਟੇਟ ਤੋਂ ਵੀਰ ਕਵਲਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਕੌਮੀ ਘਰ ਸਿੱਖ ਕੌਮੀ ਘਰ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਲਈ ਕਾਮਨਾ ਕੀਤੀ ਹੈ ਔਰ TV 84 ਦੀ ਸਪੋਰਟ ਕਰਨ ਲਈ ਸਭ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਵਲਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਕਿ ਪਿਛਲੇ ਦਿਨਾਂ ਜੋ ਕਾਰਵਾਈ ਜਿਸ ਤਰ੍ਹਾਂ ਕਿ ਆਪਾਂ ਜਿਹੜਾ ਪ੍ਰੋਗਰਾਮ ਸੀ ਵੈਨਸਡੇ ਨੂੰ ਕੀਤਾ ਸੀ ਔਰ ਥਰਸਡੇ ਐਂਡ ਫਰਾਈਡੇ ਆਫ ਸੀ। ਸੋ ਉਸ ਦੇ ਹਵਾਲੇ ਨਾਲ ਤੇ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਆਪਾਂ ਅੱਜ ਦੇ ਜਿਹੜੇ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਸ ਤਰ੍ਹਾਂ ਕਿ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿਹੜੇ ਚੌਥੇ ਸਾਡੇ ਪਾਤਸ਼ਾਹ ਗੁਰੂ ਰਾਮਦਾਸ ਜੀ ਹੋਰਾਂ ਦਾ ਪ੍ਰਕਾਸ਼ ਪੁਰਬ ਹੈ। ਅਸੀਂ ਸਭ ਸਿੱਖ ਸੰਗਤਾਂ ਨੂੰ ਇਹਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਸੋ ਔਰ ਨਾਲ ਹੀ ਖਾਲਿਸਤਾਨ ਸੰਘਰਸ਼ ਦੇ ਮਹਾਨ ਯੋਧੇ ਭਾਈ ਹਰਜਿੰਦਰ ਸਿੰਘ ਜੰਦਾ ਅਤੇ ਸੁਖਦੇਵ ਸਿੰਘ ਸੁੱਖਾ ਜੀ ਦਾ ਜਿਹੜਾ 31ਵਾਂ ਸ਼ਹੀਦੀ ਦਿਨ ਹੈ ਔਰ 9 ਅਕਤੂਬਰ 1992 ਨੂੰ ਉਹਨਾਂ ਨੂੰ ਪੁਣੇ ਦੀ ਜਰਬਦਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ ਔਰ ਉਹਨਾਂ ਫਾਂਸੀ ਦੇ ਤਖਤੇ ਵੱਲ ਜਾਂਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਜਿਹੜੇ ਉਹ ਗੁੰਜਾਏ ਸਨ। ਸੋ ਇਹਨਾਂ 31 ਸਾਲਾਂ ਵਿੱਚ ਜਿਹੜਾ ਖਾਲਿਸਤਾਨ ਦਾ ਸੰਘਰਸ਼ ਕਿੱਥੇ ਪਹੁੰਚਿਆ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਮਲਜੀਤ ਸਿੰਘ ਜਿਹੜੇ ਬ੍ਰੈਂਡਨ ਸ਼ਹਿਰ 'ਚ ਰਹਿੰਦੇ ਨੇ ਮਿਸੀਸੀਪੀ ਦੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਤੁਸੀਂ ਕਿਹਾ ਕਿ ਅਸੀਂ ਥਰਸਡੇ ਫਰਾਈਡੇ ਗੈਰ ਹਾਜ਼ਰ ਸੀ, ਉਸ ਦਾ ਕਾਰਨ ਸਾਡੇ ਬੜੇ ਹੀ ਪਿਆਰੇ ਪੰਥ ਦੇ ਇਸ ਖਾਲਿਸਤਾਨ ਦੇ ਸਫ਼ਰ ਦੇ ਇੱਕ ਚੰਗੇ ਮੁਸਾਫਰ ਜਿਨ੍ਹਾਂ ਨੇ ਖੁਦ ਵੀ ਸਫ਼ਰ ਕੀਤਾ, ਪਰਿਵਾਰ ਨੇ ਵੀ ਸਫ਼ਰ ਕੀਤਾ, ਵੀਰ ਗੁਰਮੇਲ ਸਿੰਘ ਢੇਸੀ, ਉਹਨਾਂ ਦੀ ਪੁੱਤਰੀ ਦਾ ਆਨੰਦ ਕਾਰਜ ਸੀ ਔਰ ਜ਼ਾਹਰ ਹੈ ਫਰਾਈਡੇ ਸੀ, ਸੋ ਸਾਨੂੰ ਥਰਸਡੇ ਜਾਣਾ ਪੈਣਾ ਸੀ ਔਰ ਉਹ ਵੀ ਸਮਾਗਮ ਬੜੀ ਚੜ੍ਹਦੀ ਕਲਾ 'ਚ ਹੋਇਆ ਕਿਉਂਕਿ ਸਮਾਗਮ ਖੁਸ਼ੀ ਦਾ ਹੋਏ ਗਮੀ ਦਾ ਹੋਏ ਪੰਥ ਪ੍ਰਸਤਾਂ ਦੇ ਲਈ ਤਾਂ ਉਹ ਇੱਕ ਜਿਹੜਾ ਪੰਥ ਦੀ ਗੱਲ ਕਰਨ ਦਾ ਮੌਕਾ ਹੀ ਹੁੰਦਾ। ਬਿਲਕੁਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਿੱਖ ਸੰਗਤਾਂ ਜਿਹੜੇ ਸੰਘਰਸ਼ ਨਾਲ ਜੁੜੇ ਹੋਏ ਵੀ ਨੇ ਔਰ ਕਿਉਂਕਿ ਜਿਸ ਬੱਚੇ ਦੇ ਨਾਲ ਉਹ ਵੀ ਸਿੱਖੀ ਸਰੂਪ ਹਿਊਸਟਨ ਤੋਂ ਸੂਦਨ ਪਰਿਵਾਰ, ਸੋ ਉਹਨਾਂ ਦਾ ਵੀ ਜਿਹੜਾ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਬਰਾਤ ਦੀ ਸ਼ਕਲ 'ਚ ਆਏ ਹੋਏ ਸੀ। ਸੋ ਸਾਰਿਆਂ ਦੇ ਨਾਲ ਖੁੱਲ੍ਹ ਕੇ ਪੰਥਕ ਵਿਚਾਰਾਂ ਹੋਈਆਂ ਔਰ ਇਸ ਮੌਕੇ ਹੀ ਵੀਰ ਕਮਲਜੀਤ ਸਿੰਘ ਜਿਹੜੇ ਬੜੇ ਸਫਲ ਕਾਰੋਬਾਰੀ ਨੇ, ਬ੍ਰੈਂਡਨ ਮਿਸੀਸੀਪੀ 'ਚ ਪਿਛਲੇ ਲਗਭਗ 17-18 ਸਾਲਾਂ ਤੋਂ ਰਹਿੰਦੇ ਨੇ, ਉਹ ਆਪਣੇ ਪਰਿਵਾਰ ਦੇ ਨਾਲ ਆਏ, ਬੜੇ ਚਾਅ ਨਾਲ ਮਿਲੇ, ਦੀਵਾਨ 'ਚ ਬੈਠੇ ਹੀ ਔਰ ਜਦੋਂ ਈਵਨ ਮੈਂ ਐਡਰੈਸ ਵੀ ਕੀਤਾ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਜਦੋਂ ਮੈਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਹਵਾਲੇ ਨਾਲ ਕੀਤੀ। ਸੋ ਇਹ ਸਾਡੇ ਬੜੇ ਔਰ ਬਾਅਦ ਦੇ ਵਿੱਚ ਲੰਚ ਦੇ ਵੇਲੇ ਉਹ ਆ ਕੇ ਕੋਲ ਬੈਠੇ, ਬਹੁਤ ਸਾਰੀਆਂ ਗੱਲਾਂ ਹੋਈਆਂ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ TV 84 ਦੀ ਸਾਡੀ ਫੈਮਿਲੀ ਪਰਿਵਾਰ ਕਾਫੀ ਵਸੀ ਹੈ, ਕਾਫੀ ਵੱਡਾ ਹੈ। ਉਹਨਾਂ ਨੇ ਦੱਸਿਆ ਕਿ ਵੀ ਉਹ ਕਿਵੇਂ ਇਹੀ ਨਹੀਂ ਕਿ ਆਪ TV 84 ਦੇਖਦੇ ਨੇ, ਉਹਨਾਂ ਨੇ ਕਿਹਾ ਜੀ ਮੈਂ ਆਪਣੇ ਈਵਨ ਪੰਜਾਬ ਦੇ ਵਿੱਚ ਵੀ ਜਿੰਨੇ ਰਿਸ਼ਤੇਦਾਰ ਦੂਜੇ ਨੇ ਉਹਨਾਂ ਨੂੰ ਮੈਂ ਭੇਜਦਾ ਹਾਂ। ਉੱਥੇ ਕਈ ਵਾਰੀ ਪ੍ਰੋਗਰਾਮ ਖੁੱਲ੍ਹਣ 'ਚ ਦਿੱਕਤ ਹੁੰਦੀ ਹੈ, ਜੇ ਲਿੰਕ ਜਾਏ ਫਿਰ ਤਾਂ ਖੋਲ੍ਹ ਲੈਂਦੇ ਨੇ, ਅਦਰਵਾਈਜ਼ ਤਾਂ ਅਪੀਅਰ ਨਹੀਂ ਹੁੰਦਾ। ਔਰ ਉਹਨਾਂ ਨੇ ਬਹੁਤ ਸ਼ਲਾਘਾ ਕੀਤੀ ਔਰ ਨਾਲ ਦੀ ਨਾਲ ਉਹਨਾਂ ਦੀ ਇਹ ਕਾਮਨਾ ਚਾਹਨਾ ਵੀ ਹੈ ਕਿ ਗੱਲ ਖਾਲਿਸਤਾਨ ਦੇ ਉੱਤੇ ਫੋਕਸਡ ਰਹਿਣੀ ਚਾਹੀਦੀ ਹੈ ਪੰਥ ਵੱਲੋਂ। ਉਹ ਖਾਲਿਸਤਾਨ ਰੈਫਰੈਂਡਮ ਦੇ ਵੱਡੇ ਜਿਹੜੇ ਨੇ ਹਮਾਇਤੀ ਨੇ ਹਰ ਪੱਖੋਂ ਹੀ ਔਰ ਉਹਨਾਂ ਨੇ ਇਕਰਾਰ ਵੀ ਕੀਤਾ ਹੈ ਕਿ ਉਹ TV 84 ਨੂੰ ਭਵਿੱਖ ਦੇ ਵਿੱਚ ਵੀ ਜਿਹੜਾ ਉਹ ਪੂਰੀ ਹਮਾਇਤ ਦੇਣਗੇ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਮਹੀਨਿਆਂ 'ਚ ਨਵੰਬਰ ਜਾਂ ਦਸੰਬਰ 'ਚ ਮਿਸੀਸੀਪੀ ਦੇ ਵਿੱਚ ਜਾਣ ਦਾ ਪ੍ਰੋਗਰਾਮ ਬਣਾਈਏ, ਉਹਨਾਂ ਨੇ ਸੱਦਾ ਦਿੱਤਾ ਹੈ। ਸੋ ਅਸੀਂ ਉਹਨਾਂ ਦਾ ਵੀਰ ਕਮਲਜੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ। ਇਸੇ ਦੌਰਾਨ ਸਾਡੇ ਦਰਸ਼ਕਾਂ ਨੇ ਗਰੁੱਪ ਫੋਟੋ ਦੇਖੀ ਹੋਏਗੀ ਜਿਹੜੀ ਕਿ ਡਿਊਰਿੰਗ ਦਾ ਲੰਚ ਜਿਹੜੇ ਸਾਰੇ ਹੀ ਸਾਡੇ ਹਿਊਸਟਨ ਤੋਂ ਵੀ ਔਰ ਦੂਰ ਦੁਰਾਡਿਓਂ ਦੁਨੀਆ ਭਰ ਤੋਂ ਹੀ ਆਲਮੋਸਟ ਕੈਨੇਡਾ ਤੋਂ ਦੂਸਰੇ ਜਿਹੜੇ ਨੇ ਉਹਦੇ 'ਚ ਵਿਆਹ 'ਚ ਪਾਰਟਿਸਿਪੇਸ਼ਨ ਲਈ ਆਏ ਹੋਏ ਸੀ
ਔਰ ਸਭ ਨੇ ਮਿਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਕਈ ਦਹਾਕਿਆਂ ਬਾਅਦ ਮਿਲਦੇ ਨੇ, ਸੋ ਦੋਨੋਂ ਪਰਿਵਾਰਾਂ ਨੂੰ ਅਸੀਂ ਮੁਬਾਰਕਬਾਦ ਵੀ ਦਿੱਤੀ। ਔਰ ਅਸੀਂ ਇਹ ਸਮਝਦੇ ਹਾਂ ਕਿ ਇੱਕ ਚੰਗਾ ਰੁਝਾਨ ਹੈ ਜਿੱਥੇ ਜ਼ਾਤ ਪਾਤ ਦੇ ਬੰਧਨਾਂ ਨੂੰ ਕੱਟ ਕੇ ਜਿਹੜਾ ਆਪਸ ਦੇ ਵਿੱਚ ਕੁੜਮਾਚਾਰੀ ਕੀਤੀ ਜਾਂਦੀ ਹੈ, ਸੰਯੋਗ ਕੀਤੇ ਜਾਂਦੇ ਨੇ। ਔਰ ਇਸ ਮਾਮਲੇ 'ਚ ਵੀ ਲੜਕੇ ਦਾ ਸੰਬੰਧ ਕਸ਼ਮੀਰ ਵਾਦੀ ਦੇ ਪਰਿਵਾਰ ਨਾਲ ਹੈ ਔਰ ਸਾਰੇ ਹੀ ਬਹੁਤ ਖੂਬਸੂਰਤ ਸਿੱਖੀ ਸਰੂਪ 'ਚ ਸਨ। ਸੋ ਇਹ ਮੈਂ ਸਮਝਦਾ ਵੀ ਇਹ ਜ਼ਰੂਰੀ ਵੀ ਹੈ ਕਿ ਵੀ ਇਹ ਜਿਹੜਾ ਜ਼ਾਤ ਪਾਤ ਦਾ ਕੋਡ ਹੈ ਇਸ ਨੂੰ ਵੱਢਿਆ ਜਾਏ। ਔਰ ਜਿੰਨੇ ਵੀ ਹਾਲਾਂ ਬੜਾ ਸ਼ਾਰਟ ਸੀ, ਥਰਸਡੇ ਅਸੀਂ ਗਏ, ਫਰਾਈਡੇ ਵਾਪਸ ਮੁੜਨਾ ਸੀ, ਫਲਾਈਟ ਮਿਸ ਹੋਈ ਔਰ ਵੀਕਐਂਡ ਸੈਟਰਡੇ ਸੰਡੇ ਵਰਲਡ ਸਿੱਖ ਪਾਰਲੀਮੈਂਟ ਦਾ 2 ਰੋਜ਼ਾ ਸੈਸ਼ਨ ਸੀ। ਉਸ ਦੇ ਵਿੱਚ ਅਸੀਂ ਫਿਰ ਸੈਟਰਡੇ ਜਿਹੜਾ ਆਲਮੋਸਟ ਨੂਨ ਮੌਕੇ ਹੀ ਜੁਆਇਨ ਕਰ ਸਕੇ। ਉਸ ਦਾ ਜ਼ਿਕਰ ਅਸੀਂ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਕਰਾਂਗੇ, ਜਿਹੜੇ ਕਿ ਇੱਕ ਹਿਊਜ ਸਕਸੈਸ ਸੀ, ਬਹੁਤ ਵੱਡੀ ਸਕਸੈਸ। ਔਰ ਅੱਜ 2 ਅਹਿਮ ਦਿਨ ਨੇ ਸਾਡੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਰੋਜ਼ਾਨਾ ਅਰਦਾਸ ਦੇ ਵਿੱਚ ਮੰਗਦੇ ਹਾਂ ਤੇ ਫਿਰ ਸਾਡੇ ਸਾਹਮਣੇ ਉਹ ਪਵਿੱਤਰ ਧਰਤੀ ਆ ਜਾਂਦੀ ਹੈ ਜਿੱਥੇ ਪੈਰ ਧਰਦੇ ਹਾਂ ਪਹਿਲਾ ਲਫ਼ਜ਼ ਮੂੰਹ ਤੋਂ ਨਿਕਲਦਾ ਹੈ ਧੰਨ ਗੁਰੂ ਰਾਮਦਾਸ। ਔਰ ਜਦੋਂ ਤੱਕ ਅਸੀਂ ਹਰਿਮੰਦਰ ਸਾਹਿਬ ਪਹੁੰਚਦੇ ਹਾਂ ਤੇ ਫਿਰ ਸਰੋਵਰ 'ਚ ਇਸ਼ਨਾਨ ਕਰਦੇ ਹਾਂ, ਇਹੀ ਹਰ ਇੱਕ ਦੇ ਜ਼ੁਬਾਨ ਤੋਂ ਇਹ ਸ਼ਬਦ ਜਿਹੜਾ ਉਹ ਉਚਰ ਰਿਹਾ ਹੁੰਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕੇ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਸੋ ਇਹ ਗੁਰੂ ਰਾਮਦਾਸ ਦੀਆਂ ਰਹਿਮਤਾਂ ਨੇ, ਬਖਸ਼ਿਸ਼ਾਂ ਨੇ ਕਿ ਉਹਨਾਂ ਨੇ ਕਿੰਨਾ ਵੱਡਾ ਰੁਤਬਾ ਹਾਸਿਲ ਕੀਤਾ। ਕਿੱਥੇ ਇੱਕ ਜਿਹੜਾ ਬੱਚਾ ਯਤੀਮ ਹੋ ਜਾਂਦਾ ਹੈ, ਜਿਨ੍ਹਾਂ ਦੇ ਪਿਤਾ ਮਾਤਾ ਇਸ ਸੰਸਾਰ ਤੋਂ ਚਲੇ ਜਾਂਦੇ ਨੇ, ਰਿਸ਼ਤੇਦਾਰ ਵੀ ਅਬੈਂਡਨ ਕਰ ਦਿੰਦੇ ਨੇ, ਆਪਣੀ ਨਾਨੀ ਦੇ ਕੋਲ ਆ ਕੇ ਉਹ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ, ਤੇ ਫਿਰ ਕਿਸ ਰੁਤਬੇ ਨੂੰ ਉਹ ਹਾਸਿਲ ਕਰਦੇ ਨੇ ਕਿ ਜਿਨ੍ਹਾਂ ਦੇ ਨਾਂ ਨਾਲ ਅੱਜ ਅਸੀਂ 4 ਸਦੀਆਂ ਬਾਅਦ ਵੀ ਧੰਨ ਗੁਰੂ ਰਾਮਦਾਸ ਕਹਿੰਦੇ ਆ, ਤੁਹਾਡਾ ਅੰਦਰ ਠਰ ਜਾਂਦਾ ਹੈ ਅੰਦਰ ਇੱਕ। ਔਰ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਹੁਣ ਜਿਹੜੀਆਂ 4 ਲਾਵਾਂ ਨੇ ਆਨੰਦ ਕਾਰਜ ਵੇਲੇ, ਉਹ ਗੁਰੂ ਰਾਮਦਾਸ ਜੀ ਦੀਆਂ ਸੂਹੀ ਰਾਗ ਦੇ ਵਿੱਚ ਔਰ ਉਹਨਾਂ ਦੀ ਬਾਣੀ ਦੇ ਵਿੱਚ ਤੁਸੀਂ ਇਸ ਕਿਸਮ ਦੀ ਕਸਕ, ਇਸ ਕਿਸਮ ਦਾ ਪ੍ਰੇਮ, ਇਸ ਕਿਸਮ ਦਾ ਵੈਰਾਗ ਡੁੱਲ ਪੈਂਦਾ ਦੇਖਦੇ ਹੋ ਕਿ ਜਿਸ ਦਾ ਤੁਸੀਂ ਉਦੋਂ ਹੀ ਅਹਿਸਾਸ ਕਰਦੇ ਹੋ ਤੁਸੀਂ ਉਸ ਬਾਣੀ ਨਾਲ ਜੁੜ ਰਹੇ ਹੁੰਦੇ ਹੋ। ਔਰ ਇਸ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਛੋਟਾ ਉਹਨਾਂ ਦਾ ਗੁਰਿਆਈ ਕਾਲ ਹੈ ਗੁਰੂ ਰਾਮਦਾਸ ਜੀ ਦਾ, ਲਗਭਗ 9 ਸਾਲ ਦੇ ਲਗਭਗ। ਪਰ ਕਿੰਨਾ ਵੱਡਾ, ਜੇ ਅਸੀਂ ਸਿੱਖੀ ਦਾ ਵੱਡਾ ਸੈਂਟਰ ਅੰਮ੍ਰਿਤਸਰ ਅੱਜ ਜਿਹਦਾ ਨਾਂ ਹੈ, ਇਹ ਚੱਕ ਰਾਮਦਾਸ ਕਰਕੇ ਇਸ ਦਾ ਨਾਂ ਪਹਿਲਾਂ ਸੀ, ਕਿਉਂਕਿ ਚੱਕ ਜਿੱਥੇ ਆਬਾਦੀ ਵਸੇ ਉਹਨੂੰ ਕਿਹਾ ਜਾਂਦਾ ਸੀ ਲਾਇਲਪੁਰ, ਔਰ ਦੂਜੇ 'ਚ ਅੱਜ ਵੀ ਚੱਕ ਨੰਬਰ ਇੰਨਾ ਤੇ ਚੱਕ ਨੰਬਰ ਇੰਨਾ ਇਸ ਨਾਲ ਹੀ ਹੁੰਦਾ। ਸੋ ਕਿਵੇਂ ਚੱਕ ਰਾਮਦਾਸ ਔਰ ਉਹ ਹਰਮੰਦਰ ਸਰੋਵਰ, ਔਰ ਕਿਵੇਂ ਜਿਹੜਾ ਜਦੋਂ ਅਸੀਂ ਦੁਨੀਆ ਦੀਆਂ ਵੱਡੀਆਂ ਕਮਰਸ਼ੀਅਲ ਸਿਟੀਜ਼ ਦੀ ਗੱਲ ਕਰਦੇ ਹਾਂ ਤੇ ਇਹਨਾਂ 400 ਸਾਲਾਂ 'ਚ ਅੰਮ੍ਰਿਤਸਰ ਨੂੰ ਕਿਵੇਂ ਇੰਟਰਨੈਸ਼ਨਲ ਮੈਪ 'ਤੇ ਅਸੀਂ ਦੇਖਦੇ ਹਾਂ, ਉਹਨਾਂ ਜ਼ਮਾਨਿਆਂ 'ਚ 52 ਕਿੱਤਿਆਂ ਦੇ ਲੋਕ, ਅੱਡ ਪ੍ਰੋਫੈਸ਼ਨਸ ਦੇ ਲੋਕ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਇਨਵਾਈਟ ਕਰਕੇ ਉੱਥੇ ਵਸਾਇਆ। ਬਹੁਤ ਸਾਰਾ ਤਾਂ ਬਾਅਦ 'ਚ ਗੁਰੂ ਅਰਜਨ ਸਾਹਿਬ ਨੇ ਮੁਕੰਮਲ ਕੀਤਾ ਕਾਰਜ, ਲੇਕਿਨ ਉਹਨਾਂ ਦੀ ਨਿਮਰਤਾ, ਉਹਨਾਂ ਨੇ ਕਿਵੇਂ ਆਪਣੇ, ਜਦੋਂ ਅਸੀਂ ਕੁੜਮਾਚਾਰੀ ਦੀ ਗੱਲ ਕਰਦੇ ਹਾਂ ਜੀ, ਸਾਡਾ ਜਵਾਈ ਭਾਈ ਹੈ ਔਰ ਦੂਸਰੇ ਨੇ ਉਹ ਤਾਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਹੈ, ਜਿਹੜੇ ਕੁੜੀ ਵਾਲੇ ਹੁੰਦੇ ਨੇ ਕਿ ਭਾਈ ਸਾਡਾ ਜਵਾਈ ਨਾਰਾਜ਼ ਨਾ ਜਾਏ। ਤੇ ਕਿਵੇਂ ਇੱਕ ਪਾਸੇ ਗੁਰੂ ਅਮਰਦਾਸ ਜੀ ਦੀ ਵਡਿਆਈ ਹੈ ਕਿ ਉਹ ਆਪਣੀ ਬੱਚੀ, ਜਦੋਂ ਉਹ ਕਹਿੰਦੇ ਨੇ ਕਿ ਇਸ ਵਰਗਾ ਇਹੋ ਹੀ ਹੈ, ਉਹਨਾਂ ਦਾ ਬੀਬੀ ਭਾਨੀ ਦਾ ਸਾਕ ਉਹਨਾਂ ਨੂੰ ਕਰਦੇ ਨੇ, ਤੇ ਉਹ ਆਪਣੇ ਸਹੁਰਿਆਂ ਦੇ, ਆਪਣੇ ਗੁਰੂ ਰਾਮਦਾਸ ਜੀ ਆਪਣੇ ਪਰਿਵਾਰ ਦੇ ਜਿਹੜੇ ਬੱਚੇ ਸੋਢੀ ਨੇ, ਜਿਨ੍ਹਾਂ ਨੇ ਬਚਪਨ 'ਚ ਤਾਂ ਸਾਂਭਿਆ ਨਹੀਂ, ਪਰ ਉਹਨਾਂ ਨੂੰ ਇਹ ਗੱਲ ਬੜੀ ਤਕਲੀਫ ਦਿੰਦੀ ਹੈ ਕਿ ਜੀ ਦੇਖੋ ਇਹ ਜਵਾਈ ਹੋ ਕੇ ਉੱਥੇ ਟੋਕਰੀ ਢੋਂਦਾ। ਲੇਕਿਨ ਇਹ ਫਿਰ ਜਿਹੜੀ ਵਡਿਆਈ ਵੀ ਹੈ ਕਿ ਵੀ ਜਿਨ ਸਿਰਿਆ ਤਨੇ ਸਵਾਰਿਆ, ਧੰਨ ਧੰਨ ਰਾਮਦਾਸ ਗੁਰ, ਇਹ ਜਿਹੜੀ ਪੂਰੀ ਹੋਈ ਕਰਾਮਾਤ ਇਹੀ ਹੁੰਦੀ ਹੈ। ਹੋਰ ਕੋਈ ਕਰਾਮਾਤ ਕਿਸੇ ਝੋਲੇ 'ਚੋਂ ਲੋਹਾ ਪਾ ਕੇ ਤਾਂ ਸੋਨਾ ਕੱਢਣ ਦੀ ਨਹੀਂ ਹੁੰਦੀ। ਇਹੀ ਹੁੰਦਾ ਕਿ ਵੀ ਸੱਚਮੁੱਚ
ਇੱਕ ਲੋਹੇ ਨੂੰ ਸੋਨਾ ਬਣਾ ਦੇਣਾ, ਇੱਕ ਉਸ ਲੈਵਲ ਤੇ ਲਿਆ ਕੇ ਗੁਰਗੱਦੀ ਦੇ ਵਾਰਿਸ ਵੀ ਬਣਦੇ ਨੇ ਔਰ ਉਹਨਾਂ ਦੀ ਕਮਾਈ ਔਰ ਉਸ ਧਰਤੀ ਦੇ ਉੱਤੇ ਹੀ। ਔਰ ਜਦੋਂ ਮੈਂ ਅਕਸਰ ਇਹ ਕਹਿੰਦਾ ਕਿ ਭਾਈ ਇਹ ਦੋਵੇਂ ਹੀ ਦਿਨ, ਜੇ 9 ਅਕਤੂਬਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਜਿੰਦੇ ਸੁੱਖੇ ਦੀ ਸ਼ਹਾਦਤ ਦਾ ਦਿਨ, ਜਿਹੜੀ ਸ਼ਹਾਦਤ ਸਾਡੀਆਂ ਅੱਖਾਂ ਸਾਹਮਣੇ ਹੁੰਦੀ ਹੈ 9 ਅਕਤੂਬਰ 1992 ਨੂੰ ਪੂਨੇ ਦੀ ਯਰਬਦਾ ਜੇਲ੍ਹ ਦੇ ਵਿੱਚ ਸਵੇਰ ਦੇ ਲਗਭਗ 3-3:30 ਵਜੇ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ। ਤੇ ਇਹਨਾਂ ਦਾ ਜਿਹੜਾ ਕਨੈਕਸ਼ਨ ਵੀ ਹੈ, ਕਿਉਂਕਿ ਉਹੀ ਹਰਮੰਦਰ ਹੈ, ਚੱਕ ਰਾਮਦਾਸ ਹੈ, ਉਹੀ ਅੰਮ੍ਰਿਤਸਰ ਹੈ, ਉਹੀ ਹਰਮੰਦਰ ਦੇ ਸਾਹਮਣੇ ਅਕਾਲ ਤਖਤ ਹੈ। ਤੇ ਉਸੇ ਹੀ ਜਦੋਂ ਅਸੀਂ ਉਸ ਮਿੱਟੀ ਦੀ ਸਰਜ਼ਮੀਨ ਦੀ ਪਵਿੱਤਰਤਾ ਦੀ ਗੱਲ ਕਰਦੇ ਹਾਂ, ਸਰ ਕਪੂਰ ਸਿੰਘ ਜਿਹੜੇ ਵੱਡੇ ਸਿੱਖ ਫਿਲਾਸਫਰ ਹੋਏ ਨੇ, ਉਹ 18ਵੀਂ ਸਦੀ ਦਾ ਇਤਿਹਾਸ ਬਿਆਨਦਿਆਂ ਕਹਿੰਦੇ ਨੇ ਕਿ ਸਿੱਖ ਇਸ ਨੂੰ ਆਪਣਾ ਵੱਡਾ ਭਾਗ ਸਮਝਦੇ ਸੀ ਕਿ ਜੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੋਈ। ਔਰ ਉਹ ਕਹਿੰਦੇ ਸੀ ਕਿ ਭਾਈ ਇਹ ਇਕੱਲਾ ਹਰਮੰਦਰ ਸਾਹਿਬ ਅਕਾਲ ਤਖਤ ਹੀ ਨਹੀਂ, ਜਿਹੜਾ ਜਿਸ ਦੇ ਜ਼ਰਰੇ ਜ਼ਰਰੇ ਦੇ ਵਿੱਚ ਸ਼ਹੀਦਾਂ ਦਾ ਖੂਨ ਹੈ, ਅੰਮ੍ਰਿਤਸਰ ਸ਼ਹਿਰ ਦੀ ਮਿੱਟੀ ਦੇ ਅੰਦਰ ਉਹਨਾਂ ਸ਼ਹੀਦਾਂ ਦਾ ਖੂਨ ਹੈ। ਕਿਉਂਕਿ ਬਹੁਤ ਸਾਰੇ ਜਦੋਂ ਹਰਮੰਦਰ ਸਾਹਿਬ ਤੇ ਮੱਸਾ ਰੰਗੜ ਦਾ ਕਬਜ਼ਾ ਹੈ ਜਾਂ ਹੋਰ ਮੁਗਲਿਆ ਸਲਤਨਤ, ਸੋ ਉਹ ਜਿਹੜੇ ਦਰਸ਼ਨਾਂ ਦੀ ਚਾਹਨਾ ਦੇ ਲਈ ਆਉਂਦੇ ਸਿੱਖ ਨੇ, ਉਹਨਾਂ ਨੂੰ ਸੀ ਵੀ ਕੋਈ ਨਹੀਂ ਦਰਸ਼ਨ ਹੋ ਸਕਣ ਨਾ ਹੋ ਸਕਣ, ਪਰ ਜੇ ਉੱਥੇ ਪਹੁੰਚ ਕੇ ਸਾਨੂੰ ਸ਼ਹਾਦਤ ਮਿਲ ਜਾਏ ਤੇ ਇਸ ਤੋਂ ਵੱਡੀ ਕੀ ਗੱਲ ਹੈ। ਔਰ ਇਹ ਵੀ ਅਕਾਲ ਪੁਰਖ ਦੀ ਖੇਡ ਹੈ ਕਿ ਭਾਈ ਦੇਖੋ, ਜਿਸ ਅਕਾਲ ਤਖਤ ਨੂੰ ਟੈਂਕਾਂ ਤੋਪਾਂ ਦੇ ਹਮਲੇ ਨਾਲ ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਹਕੂਮਤ ਇੰਦਰਾ ਗਾਂਧੀ ਜਨਰਲ ਵੈਦਿਆ ਨੇ ਖੰਡਰਾਤ ਦੇ ਵਿੱਚ ਬਦਲਿਆ, 400 ਦੇ ਕਰੀਬ ਗੋਲੀਆਂ ਹਰਮੰਦਰ ਸਾਹਿਬ ਦੇ ਉੱਤੇ ਲੱਗੀਆਂ, ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈ ਉਸ ਨੂੰ ਜ਼ਖਮੀ ਕੀਤਾ। ਔਰ ਇਸ ਸਭ ਦਾ ਬਦਲਾ ਲੈਣ ਵਾਲੇ ਜਿਹੜੇ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਸੇ ਹੀ ਗੁਰੂ ਰਾਮਦਾਸ ਦੀ ਪਾਵਨ ਧਰਤੀ ਤੇ ਉਸ ਖੰਡਰਾਤ ਅਕਾਲ ਤਖਤ ਦੇ ਸਾਹਮਣੇ ਆ ਕੇ ਅਰਦਾਸਾ ਸੋਧਦੇ ਨੇ ਕਿ ਭਾਈ ਉਸ ਫੌਜੀ ਜਰਨੈਲ ਨੂੰ, ਜਿਹੜਾ ਜਨਰਲ ਵੈਦਿਆ, ਜਿਸ ਨੇ ਅੱਗੇ ਹੋ ਕੇ ਇਸ ਹਮਲੇ ਨੂੰ ਪਲਾਨ ਕੀਤਾ ਸੀ ਪ੍ਰਮੋਸ਼ਨ ਲੈਣ ਲਈ ਵੀ, ਔਰ ਇਸ ਲਈ ਉਸ ਵੇਲੇ ਦਾ ਜਿਹੜਾ ਸੀਨੀਅਰ ਮੋਸਟ ਜਨਰਲ ਸੀ ਵੈਸਟਰਨ ਕਮਾਂਡ ਦਾ, ਜਨਰਲ ਸਿਨਹਾ, ਉਹਨੇ ਰਿਜ਼ਾਈਨ ਕੀਤਾ ਸੀ ਆਪਣੀ, ਕਿਉਂਕਿ ਉਹਦੀ ਸੀਨੀਅਰਟੀ ਨੂੰ ਕੱਟ ਕੇ ਉਹ ਮੁੱਕਰ ਗਿਆ ਸੀ ਕਿ ਨਾ ਇਹ ਆਪਣੀ ਫੌਜ ਆਪਣੇ ਲੋਕਾਂ ਦੇ ਖਿਲਾਫ ਔਰ ਉਹਨਾਂ ਦੇ ਸਭ ਤੋਂ ਪਵਿੱਤਰ ਧਰਮ ਸਥਾਨ ਤੇ ਇਹ ਮੈਂ ਆਗਿਆ ਨਹੀਂ ਦੀ ਦੇ ਸਕਦਾ। ਸੋ ਉਸ ਨੂੰ ਜੰਮਪੁਰੀ ਪਹੁੰਚਾਇਆ ਇਹਨਾਂ ਯੋਧਿਆਂ ਨੇ। ਔਰ ਜਦੋਂ ਅਸੀਂ ਉਸੇ ਹੀ 9 ਅਕਤੂਬਰ ਵਾਲੇ ਦਿਨ ਇੱਕ ਪਾਸੇ ਜਦੋਂ ਪੂਨੇ ਦੀ ਜੇਲ੍ਹ 'ਚ ਇਵੇਂ ਉਸ ਰੱਸੇ ਤੇ ਝੂਲ ਰਹੇ ਹੋਣਗੇ ਮਾਨੋ ਜਿਹੜਾ ਉਹ 10ਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਗੋਦ ਦੇ ਵਿੱਚੋਂ ਉਹਨਾਂ ਨੂੰ ਲੋਰੀ ਦੇ ਰਹੇ ਹੋਣ, ਤੇ ਉਹਨਾਂ ਦੀਆਂ ਅੱਖਾਂ ਮਨ ਦੀਆਂ ਹਰਮੰਦਰ ਸਾਹਿਬ ਵੱਲ ਹੋਣਗੀਆਂ, ਅਕਾਲ ਤਖਤ ਵੱਲ ਹੋਣਗੀਆਂ, ਗੁਰੂ ਰਾਮਦਾਸ ਉਹਨਾਂ ਦੀਆਂ ਯਾਦਾਂ 'ਚ ਵਸਦੇ ਹੋਣਗੇ। ਔਰ ਅਸੀਂ ਉਹਨਾਂ ਦਾ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਦੇ ਫਾਂਸੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਉਹਨਾਂ ਨੇ ਪੰਥ ਦੇ ਨਾਂ ਸੁਨੇਹਾ ਦਿੱਤਾ, ਉਹਨਾਂ ਦੇ ਸਿੱਖੀ ਦੀ ਫਿਲਾਸਫੀ ਕੀ ਹੈ, ਕਿਉਂ ਅਸੀਂ ਇਸ ਰਸਤੇ ਤੇ ਤੁਰੇ, ਇਹ ਆਲਮੋਸਟ 9-10 ਸਫ਼ਿਆਂ ਦਾ ਇੱਕ ਵੱਡਾ ਡਾਕੂਮੈਂਟ, ਜਿਹੜਾ ਹਿਸਟੋਰੀਕਲ ਡਾਕੂਮੈਂਟ ਹੈ, ਉਹ ਉਹਨਾਂ ਨੇ ਪੂਨਾ ਜੇਲ੍ਹ 'ਚੋਂ ਉਸ ਵੇਲੇ ਦੇ ਪ੍ਰੈਜ਼ੀਡੈਂਟ ਦੇ ਨਾਂ ਚਿੱਠੀ 'ਚ, ਰਾਸ਼ਟਰਪਤੀ ਦੇ ਨਾਂ ਉਸ ਨੂੰ ਲਿਖਿਆ ਸੀ, ਜਿਹੜਾ ਉਸ ਵੇਲੇ ਦੇ ਸਾਰੇ ਹੀ ਅੰਗਰੇਜ਼ੀ, ਹਿੰਦੀ, ਪੰਜਾਬੀ ਜਾਂ ਈਵਨ ਰੀਜਨਲ ਲੈਂਗੁਏਜਸ ਦੇ ਵਿੱਚ ਵੀ ਛਪਿਆ ਸੀ। ਸੋ ਉਸ ਨੂੰ ਅਸੀਂ ਰਿਪੀਟ ਨਹੀਂ ਕਰਾਂਗੇ, ਜਿਨ੍ਹਾਂ ਨੇ ਫਰਦਰ ਰਿਸਰਚ ਕਰਨੀ ਆ ਉਹ ਦੇਖ ਸਕਦੇ ਨੇ ਕਿ ਭਾਈ ਇਹ ਫਿਲਾਸਫੀ ਕੀ ਹੈ ਕਿ ਜਿਹਦੇ 'ਚ ਤੁਸੀਂ ਗੁਰੂ ਦੇ ਲਈ ਆਪਾ ਕੁਰਬਾਨ ਕਰਦੇ ਹੋ। ਔਰ ਅਕਸਰ ਜਦੋਂ ਮੈਂ ਜਿੰਦੇ ਸੁੱਖੇ ਦੀ ਸ਼ਹਾਦਤ ਔਰ ਉਹਨਾਂ ਦੇ ਕਾਰਨਾਮੇ ਦੀ ਗੱਲ ਕਰਦਾ ਤੇ ਫਿਰ ਇਹੀ ਯਾਦ ਦਹਾਨੀ ਹੁੰਦੀ ਹੈ ਕਿ ਇਹ ਸਾਡੇ ਇਤਿਹਾਸ ਦੀ ਉਸ ਲੜੀ ਦੀ ਕੰਟੀਨਿਊਟੀ ਹੈ, ਜਿੱਥੇ ਯਾਦ ਦਹਾਨੀ ਕਰਵਾਈ ਜਾਂਦੀ ਹੈ ਕਿ ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ। ਜੇ ਭਾਈ ਸੁੱਖਾ ਸਿੰਘ, ਮਹਤਾਬ ਸਿੰਘ ਰਾਜਸਥਾਨ ਦੇ ਉਸ ਡੈਜ਼ਰਟ 'ਚੋਂ ਘੋੜਿਆਂ ਦੇ ਉੱਤੇ ਆਉਂਦੇ ਨੇ, ਕਿਸ ਕਿਸਮ ਦੀ ਯੋਜਨਾ ਦੇ ਨਾਲ, ਕਿਵੇਂ ਫਿਰ ਮੱਸੇ ਦਾ ਸਿਰ ਵੱਢ ਕੇ ਰੰਗੜ ਦਾ ਉਹ ਉੱਥੇ ਲਿਜਾ ਕੇ ਖਾਲਸੇ ਦੇ ਦਲ ਦੇ ਸਾਹਮਣੇ ਸੁੱਟਦੇ ਨੇ, ਇੱਕ ਇਤਿਹਾਸ ਸਿਰਜਿਆ ਜਾਂਦਾ ਹੈ ਕਿ ਭਾਈ ਸਾਡੇ ਲਈ ਆਪਣੇ ਗੁਰੂ ਘਰ ਦੀ ਅਜ਼ਮਤ, ਇਸ ਹਰਮੰਦਰ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ, ਇਹ ਸਾਡੀਆਂ ਜਾਨਾਂ ਇਹਦੇ ਸਾਹਮਣੇ ਕੁਝ ਵੀ ਨਹੀਂ ਨੇ। ਅਸੀਂ ਹਜ਼ਾਰਾਂ ਵਾਰ ਜਨਮ ਲਈਏ ਤੇ ਉਹ ਜਾਨਾਂ ਗੁਰੂ ਤੋਂ ਕੁਰਬਾਨ ਕਰੀਏ, ਘੋਲ ਕਮਾਈਏ ਆਪਣਾ ਆਪਾ ਗੁਰੂ ਤੋਂ, ਇਸ ਤੋਂ ਵੱਡੀ ਜਿਹੜੀ ਹੈ ਉਹ ਸਾਡੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ। ਸੋ ਇਸ ਦੇ ਉੱਤੇ ਅਸੀਂ ਹੋਰ ਵੀ ਵੇਰਵੇ ਨਾਲ ਗੱਲ ਕਰਾਂਗੇ,
ਪਰ ਇਸ ਤੋਂ ਪਹਿਲਾਂ ਅਸੀਂ ਜਿਹੜੀਆਂ ਹਿਊਮਨ ਟ੍ਰੈਜਡੀਜ਼, 2 ਵੱਡੀਆਂ ਟ੍ਰੈਜਡੀਜ਼ ਵੀਕਐਂਡ ਦੇ ਉੱਤੇ ਹੋਈਆਂ ਨੇ। ਇੱਕ ਅਫਗਾਨਿਸਤਾਨ ਦੇ ਵਿੱਚ ਇੱਕ ਬਹੁਤ ਜ਼ੋਰਦਾਰ ਭੂਚਾਲ, ਜਿਸ ਦੀ ਵਜ੍ਹਾ ਕਰਕੇ ਹੁਣ ਤੱਕ ਈਵਨ ਅਲ ਜਜ਼ੀਰਾ ਦੀ ਮੈਂ ਲੇਟੈਸਟ ਖਬਰ ਵੀ ਕੱਢੀ ਹੈ, 2000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, ਕਈ ਹਜ਼ਾਰ ਜ਼ਖਮੀ ਨੇ। ਔਰ ਕਿਉਂਕਿ ਅਚਾਨਕ ਇੱਕ ਪਾਸੇ ਤਾਂ ਵੈਸੇ ਵੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ ਹੋਈ। ਚਾਈਨਾ ਪਹਿਲਾ ਮੁਲਕ ਹੈ ਜਿਨ੍ਹਾਂ ਨੇ ਆਪਣੀ ਐਮਬੈਸੀ ਕਾਬਲ 'ਚ ਖੋਲ੍ਹੀ ਹੈ, ਔਰ ਇਸ ਲਈ ਵੀ ਮਦਦ ਉਸ ਤੇਜ਼ੀ ਦੇ ਨਾਲ ਨਹੀਂ ਗਈ ਜਾਂ ਨਹੀਂ ਜਾ ਰਹੀ ਹੋਏਗੀ। ਲੇਕਿਨ ਦੂਸਰੇ ਪਾਸੇ ਵੀਕਐਂਡ ਦੇ ਉੱਤੇ ਹੀ ਜਿਹੜਾ ਇੱਕ ਵੱਡੀ ਡਿਵੈਲਪਮੈਂਟ ਜਿਹਨੇ ਆਲਮੋਸਟ ਜੇ ਕਹਿਣਾ ਹੋਏ ਪਿਛਲੇ 60 ਸਾਲ ਦੇ ਇਤਿਹਾਸ ਨੂੰ ਫਿਰ ਦੁਹਰਾ ਦਿੱਤਾ ਹੈ, ਉਹ ਹੈ ਕਿ ਕਿਵੇਂ ਹਮਸ, ਫਲਸਤੀਨੀਆਂ ਦੀ ਇੱਕ ਜਥੇਬੰਦੀ ਜਿਨ੍ਹਾਂ ਦਾ ਕੰਟਰੋਲ ਹੈ ਗਾਜ਼ਾ ਸਟ੍ਰਿਪ ਦੇ ਉੱਤੇ, ਉਹਨਾਂ ਨੇ ਸਾਊਦਰਨ ਇਜ਼ਰਾਈਲ ਦੇ ਅੰਦਰ ਵੜ ਕੇ ਪਹਿਲਾਂ ਤਾਂ ਉਹਨਾਂ ਨੇ ਜ਼ੋਰਦਾਰ 3000 ਤੋਂ ਜ਼ਿਆਦਾ ਰਾਕਟ ਤਾਗੇ ਪੈਰਾਸ਼ੂਟ ਰਾਹੀਂ ਉਤਰੇ, ਔਰ ਉੱਥੇ ਜਿਹੜੀ ਗਾਜ਼ਾ ਸਟ੍ਰਿਪ ਦਾ ਹਿੱਸਾ ਇਜ਼ਰਾਈਲ ਦੇ ਨਾਲ ਲੱਗਦਾ, ਉੱਥੇ ਇੱਕ ਬਹੁਤ ਵੱਡਾ ਮਿਊਜ਼ਿਕ ਫੈਸਟੀਵਲ ਉਹਨਾਂ ਦਾ ਚੱਲ ਰਿਹਾ ਸੀ। ਉਹਦੇ 'ਚ ਵੜ ਕੇ ਉਹਨਾਂ ਨੇ ਫਿਰ ਸੈਂਕੜਿਆਂ ਨੂੰ ਮਾਰਿਆ, ਔਰ ਜਿਹੜੇ ਨੇ ਉਹਨਾਂ ਨੂੰ ਅਗਵਾ ਵੀ ਕੀਤਾ, ਔਰ ਉਹਨਾਂ 'ਚ ਮਰਨ ਵਾਲਿਆਂ 'ਚ ਵੱਡੀ ਗਿਣਤੀ ਜਿਹੜੀ ਹੈ ਸਿਵਿਲੀਅਨ ਸੀ, ਬੇਗੁਨਾਹ ਇਜ਼ਰਾਈਲੀ। ਔਰ ਹੁਣ ਉਸੇ ਹੀ ਬਦਲਾ ਭਾਵਨਾ 'ਚ ਜਿਹੜੇ ਇਜ਼ਰਾਈਲ ਵੱਲੋਂ ਤਾਬੜਤੋੜ ਜਿਹੜੀ ਹੈ ਗਾਜ਼ਾ ਦੇ ਉੱਤੇ ਬੰਬਾਰੀ ਕੀਤੀ ਜਾ ਰਹੀ ਹੈ, ਸੈਂਕੜਿਆਂ ਸਿਵਿਲੀਅਨਸ ਦੇ ਮਰਨ ਦੀਆਂ ਖਬਰਾਂ ਨੇ। ਔਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਆਲਰੇਡੀ ਬਿਜਲੀ ਦੀ ਸਪਲਾਈ ਕੱਟੀ ਗਈ ਹੈ, ਵੀ ਅਸੀਂ ਪਾਣੀ ਔਰ ਫੂਡ ਵੀ ਨਹੀਂ ਜਾਣ ਦਿਆਂਗੇ। ਸੋ ਉਹਨਾਂ ਹਾਲਾਤਾਂ 'ਚ 2-3 ਮਿਲੀਅਨ ਜਿਹੜੇ ਗਾਜ਼ਾ 'ਚ ਰਹਿਣ ਵਾਲੇ ਫਲਸਤੀਨੀ ਨੇ, ਉਹਨਾਂ ਦਾ ਕੀ ਹਸ਼ਰ ਹੋਏਗਾ, ਅੱਜ ਕੀ ਹੋ ਰਿਹਾ ਹੈ, ਇਹ ਇਸ ਦੇ ਵਿੱਚ ਦੂਸਰੀਆਂ ਤਾਕਤਾਂ, ਈਰਾਨ ਵੀ ਘੜੀਸਿਆ ਜਾ ਸਕਦਾ ਹੈ, ਦੂਸਰਾ ਵੀ ਹੈ, ਉਸ ਦਾ ਵੀ ਅਸੀਂ ਬਾਅਦ 'ਚ ਜ਼ਿਕਰ ਕਰਾਂਗੇ। ਪਰ ਇਸ ਕਨਫਲਿਕਟ ਦੇ ਵਿੱਚ ਹਾਲਾਂ ਇਹਦੇ 'ਚ ਦੋਨੋਂ ਹੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਵਿਆਨਾ ਕਨਵੈਨਸ਼ਨ ਨੂੰ ਵਾਇਲੇਟ ਕੀਤਾ ਹੈ, ਕਿਉਂਕਿ ਜਦੋਂ ਬੇਗੁਨਾਹ ਨੂੰ ਮਾਰਨਾ ਇਹੀ ਨਹੀਂ ਵੀ ਅਖਲਾਕੀ ਜਾਂ ਮਜ਼ਹਬੀ ਤੌਰ ਦੇ ਉੱਤੇ ਜਿਹੜਾ ਵਰਜਤ ਹੈ, ਈਵਨ ਜਿਹੜੇ UN ਦੇ ਲਾਅ ਨੇ, ਲੇਕਿਨ ਇੱਕ ਅਨਰਿਜ਼ੋਲਵਡ ਡਿਸਪਿਊਟ ਹੈ ਜਿਹਦੀਆਂ ਜੜ੍ਹਾਂ 75 ਸਾਲ ਪਹਿਲਾਂ ਜਦੋਂ ਇਜ਼ਰਾਈਲ ਕਾਇਮ ਹੁੰਦਾ ਹੈ ਉਸ ਦੇ ਨਾਲ ਜੁੜੀਆਂ ਹੋਈਆਂ ਨੇ। ਉਸ ਦੇ ਉੱਤੇ ਗੱਲ ਕਰਾਂਗੇ, ਪਰ ਅਸੀਂ ਆਪਣੀਆਂ ਹਮਦਰਦੀਆਂ ਅਫਗਾਨਿਸਤਾਨ ਦੇ ਵਿੱਚ ਜਿਹੜੇ ਇਸ ਅਰਥਕੁਏਕ ਜ਼ਲਜ਼ਲੇ ਦੀ ਵਜ੍ਹਾ ਦੇ ਨਾਲ ਪ੍ਰਭਾਵਿਤ ਨੇ, ਦੁਨੀਆ ਤੋਂ ਚਲੇ ਗਏ, ਜ਼ਖਮੀ ਨੇ, ਔਰ ਆਲਰੇਡੀ ਕਿਉਂਕਿ ਅਕਤੂਬਰ ਦਾ ਮਹੀਨਾ ਚੱਲ ਰਿਹਾ ਔਰ ਸਰਦੀਆਂ ਵੀ ਨੇ, ਉੱਥੇ ਸ਼ੁਰੂਆਤ ਮੌਸਮ ਉੱਥੇ ਬਦਲ ਜਾਂਦਾ, ਬਹੁਤ ਠੰਡ ਹੁੰਦੀ ਹੈ, ਉਹਨਾਂ ਨੂੰ ਜਿਹੜੀ ਹੈ ਲੋੜੀਂਦੀ ਕਿੰਨੀ ਕੁ ਸਮੱਗਰੀ ਮਿਲ ਰਹੀ ਹੈ, ਕਿੰਨੇ ਕੁ ਹਾਲਾਤ ਨੇ, ਕਿਉਂਕਿ ਬਹੁਤ ਵਾਰ ਪਾਕਿਸਤਾਨ ਗੁਆਂਢ 'ਚ ਹੁੰਦਾ ਹੈ ਔਰ ਪਾਕਿਸਤਾਨ ਖੁਦ ਜਿਹੜਾ ਉਹ ਕਾਫੀ ਕ੍ਰਾਈਸਿਸ 'ਚੋਂ ਲੰਘ ਰਿਹਾ, ਫਾਈਨੈਂਸ਼ੀਅਲ 'ਚੋਂ ਜਾਂ ਦੂਜਾ। ਸੋ ਅਸੀਂ ਅਰਦਾਸ ਹੀ ਕਰ ਸਕਦੇ ਹਾਂ। ਅਤੇ ਇਸੇ ਤਰ੍ਹਾਂ ਗਾਜ਼ਾ ਔਰ ਇਜ਼ਰਾਈਲ ਦੇ ਸਿਵਿਲੀਅਨ ਜਿਹੜੇ ਮਾਰੇ ਗਏ, ਔਰ ਅੱਗੋਂ ਕਿਸ ਲੈਵਲ ਦੀ ਇਹ ਜਿਹੜੀ ਭਿਆਨਕ ਤਬਾਹੀ ਹੋ ਸਕਦੀ ਹੈ, ਕਿਉਂਕਿ ਇਜ਼ਰਾਈਲੀ ਡਿਫੈਂਸ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਨੇ ਕਿਹਾ ਜੀ ਅਸੀਂ ਇਹਨਾਂ ਨੂੰ ਐਸਾ ਜਵਾਬ ਦੇਵਾਂਗੇ ਕਿ ਇਹਨਾਂ ਦੀਆਂ 10 ਪੀੜ੍ਹੀਆਂ ਯਾਦ ਰੱਖਣਗੀਆਂ। ਸੋ ਜ਼ਾਹਿਰ ਹੈ ਕਿ ਅਲਟੀਮੇਟਲੀ ਜਿਹੜਾ ਹੈ ਉਹ ਸਿਵਿਲੀਅਨ ਲੋਕ ਹੀ ਸਫਰ ਕਰਦੇ ਨੇ, ਸਫਰ ਕਰਨਗੇ। ਔਰ ਹੁਣ ਅਸੀਂ ਜਿਹੜਾ ਕਿਉਂਕਿ ਇਹ ਪ੍ਰੋਗਰਾਮ ਅਸੀਂ ਡੈਡੀਕੇਟ ਵੀ ਕਰ ਰਹੇ ਹਾਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਨਾਂ। ਸੋ ਬਹੁਤ ਵਾਰ ਜਦੋਂ ਕਿਸੇ ਇਤਿਹਾਸਕ ਕਿਰਦਾਰ ਨੂੰ ਬਿਆਨਿਆ ਜਾਂਦਾ ਹੈ ਜਾਂ ਕਿਸੇ ਇਤਿਹਾਸ ਦੇ ਵਾਕਿਆ ਨੂੰ ਬਿਆਨਿਆ ਜਾਂਦਾ ਹੈ, ਤੇ ਜ਼ਰੂਰੀ ਹੁੰਦਾ ਹੈ ਕਿ ਵੀ ਦੁਸ਼ਮਣ ਨੇ ਉਹਨੂੰ ਕਿਵੇਂ ਦੇਖਿਆ। ਆਪਣਿਆਂ ਨੇ ਤਾਂ ਆਪਣੇ ਗਲਤੀਆਂ ਕਰਨ ਵਾਲਿਆਂ ਨੂੰ ਵੀ ਅਸੀਂ ਸਲਾਹ ਦਿੰਦੇ ਹਾਂ, ਉਹਨੂੰ ਪ੍ਰੋਟੈਕਟ ਵੀ ਕਰਦੇ ਹਾਂ। ਇਸੇ ਲਈ ਜਦੋਂ ਅਸੀਂ 18ਵੀਂ ਸਦੀ ਦੇ ਸਿੱਖਾਂ ਦੇ ਕਿਰਦਾਰ ਦੀ ਗੱਲ ਕਰਦੇ ਤੇ ਉਦੋਂ ਵੀ ਸਾਡੇ ਲਈ ਕਾਜ਼ੀ ਨੂਰ ਮੁਹੰਮਦ ਜਿਹੜਾ ਹਿਸਟੋਰੀਅਨ ਹੈ, ਫਾਈਟਰ ਵੀ ਹੈ, ਅਬਦਾਲੀ ਦੇ ਨਾਲ ਆਇਆ ਹਮਲਿਆਂ ਵੇਲੇ, ਉਹਨੇ ਜਦੋਂ ਸਿੱਖਾਂ ਦੇ ਕਰੈਕਟਰ ਬਾਰੇ ਬਿਆਨ ਕੀਤਾ, ਹਾਲਾਂ ਕਿਉਂਕਿ ਉਹ ਦੁਸ਼ਮਣ ਹੈ, ਉਹ ਸਿੱਖਾਂ ਨੂੰ ਸੰਬੋਧਨ ਕਰਨ ਦੇ ਲਈ ਸੱਗ ਲਫ਼ਜ਼ ਇਸਤੇਮਾਲ ਕਰਦਾ, ਕੁੱਤੇ, ਔਰ ਫਿਰ ਉਹ ਪਲਟਦਾ, ਕਹਿੰਦਾ ਨਹੀਂ ਇਹਨਾਂ ਨੂੰ ਸੱਗ ਨਾ ਕਹੋ, ਕੁੱਤੇ ਨਾ ਕਹੋ। ਜੇ ਤੁਸੀਂ ਦੇਖਣਾ ਹੈ ਕਿ ਸਿੱਖਾਂ ਦੀ ਬਹਾਦਰੀ ਕੀ ਹੈ, ਇਹ ਕਿੰਨੀ ਜ਼ਬਰਦਸਤ ਤਲਵਾਰਬਾਜ਼ੀ ਕਰਦੇ ਨੇ, ਜੰਗ ਦੇ ਮੈਦਾਨ 'ਚ ਕਿਵੇਂ ਸ਼ੇਰਾਂ ਵਾਂਗ ਬੁੱਕਦੇ ਨੇ, ਤੇ ਫਿਰ ਜ਼ਰਾ ਇਹਨਾਂ ਦੇ ਸਾਹਮਣੇ ਆ ਕੇ ਜੰਗ ਦੇ ਮੈਦਾਨ 'ਚ ਟਾਕਰਾ ਕਰਕੇ ਦੇਖੋ। ਇਹਨਾਂ ਵਰਗਾ ਜਿਹੜਾ ਕੋਈ ਤਲਵਾਰਬਾਜ਼ੀ ਦਾ ਸਾਨੀ ਨਹੀਂ ਹੈ, ਇਹ ਲਾਸਾਨੀ ਨੇ। ਔਰ ਫਿਰ ਉਹਨਾਂ ਦੇ ਕਿਰਦਾਰ ਕਿ ਭਾਈ ਜੇ ਦੁਸ਼ਮਣ ਦੀਆਂ ਔਰਤਾਂ ਵੀ ਇਹਨਾਂ ਦੇ ਕਬਜ਼ੇ 'ਚ ਆ ਜਾਣ
ਤੇ ਮਾੜੀ ਨਜ਼ਰ ਨਾਲ ਨਹੀਂ ਦੇਖਦੇ, ਉਸ ਨੂੰ ਬੁੜੀ ਕਹਿੰਦੇ ਨੇ, ਉਸ ਨੂੰ ਪੂਰਾ ਜਿਹੜਾ ਸ਼ਗਨ ਦੇ ਕੇ ਤੇ ਉਹ ਦੁਸ਼ਮਣ ਦੇ ਖੈਮੇ 'ਚ ਪਹੁੰਚਾਉਂਦੇ ਨੇ ਕਿ ਵੀ ਇਹਨਾਂ ਦੀਆਂ ਅੱਖਾਂ ਦੇ ਵਿੱਚ ਕਦੇ ਵੀ ਮੈਲ ਨਹੀਂ। ਹੁਣ ਉਹ ਜਦੋਂ ਅਸੀਂ ਕਰੈਕਟਰ, ਉਹ ਸਾਡਾ ਇੱਕ ਆਦਰਸ਼ ਕਰੈਕਟਰ ਹੈ ਕਿ ਅਸੀਂ 18ਵੀਂ ਸਦੀ ਦਾ ਜਿਹੜਾ ਸਾਰਾ ਸੰਘਰਸ਼ ਹੈ ਉਹ ਇਸ ਕਰੈਕਟਰ ਦੇ ਨਾਲ ਬਿਆਨਿਆ ਜਾਂਦਾ। ਹੁਣ ਜਦੋਂ ਅਸੀਂ ਖਾਲਿਸਤਾਨ ਦੇ ਮੌਜੂਦਾ ਸੰਘਰਸ਼ ਦੀ ਗੱਲ ਕਰਾਂਗੇ ਜਾਂ ਕਰਦੇ ਹਾਂ, 39 ਸਾਲ ਜੇ ਜੂਨ 84 ਦੇ ਪਹਿਲੇ ਹਫਤੇ ਤੋਂ ਜਦੋਂ ਕਿ ਸੰਤ ਪਿੰਡਾਂ ਵਾਲਿਆਂ ਨੇ ਫਰਮਾਇਆ ਸੀ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਤੇ ਫਿਰ ਇਹਨਾਂ 39 ਸਾਲਾਂ ਦੇ ਪੀਰੀਅਡ 'ਚ ਜੁਝਾਰੂਆਂ ਦਾ ਕੀ ਕਿਰਦਾਰ ਸੀ। ਵੀਰ ਤਾਂ ਉਹਨਾਂ ਨੇ TC ਦੇ ਲਾਏ, ਬਿਆਨ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸੋਧਿਆ, ਜਿੰਦੇ ਸੁੱਖੇ ਨੇ ਜਿਹੜਾ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ, ਭਾਈ ਦਿਲਾਵਰ ਸਿੰਘ, ਭਾਈ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰੇ ਨੇ ਬੁੱਚੜ ਬੇਨਤੇ ਨੂੰ ਸਜ਼ਾ ਯਾਫਤਾ ਕੀਤਾ, ਔਰ ਹੋਰ ਕਿੰਨੀ ਲੰਬੀ ਲਿਸਟ ਹੈ ਦੁਸ਼ਟਾਂ ਦੀ ਜਿਨ੍ਹਾਂ ਨੂੰ ਇਹਨਾਂ ਨੇ ਉਹਨਾਂ ਦੇ ਕੀਤੇ ਕਰਮਾਂ ਦਾ ਫਲ ਚਖਾਇਆ। ਲੇਕਿਨ ਜਿਹੜੇ ਇਤਿਹਾਸ ਦੇ ਵਿੱਚ ਇਹਨਾਂ ਨਾਇਕਾਂ ਦੇ ਲਈ ਕੁਝ ਲਿਖਿਆ ਗਿਆ ਹੈ ਤੇ ਉਸ ਤੋਂ ਹੀ ਅਸੀਂ ਅੰਦਾਜ਼ਾ ਲਾਉਂਦੇ। ਜਦੋਂ ਉਹਨਾਂ ਦਾ ਟਰਾਇਲ ਚੱਲਦਾ ਹੈ ਜਿੰਦੇ ਸੁੱਖੇ ਦਾ, ਤੇ ਜੱਜ ਇੰਨਾ ਕੁ ਮੁਤਾਸਰ ਹੁੰਦਾ ਹੈ, ਜੱਜ ਵਕੀਲ ਰਾਹੀਂ ਸੁਨੇਹਾ ਵੀ ਭੇਜਦਾ ਕਿ ਜੇ ਤੁਸੀਂ ਜਦੋਂ ਸਾਹਮਣੇ ਹੁੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨੇ, ਉਹ ਕਹਿੰਦੇ ਵੀ ਮੈਂ ਜਿਹੜਾ ਇਹਨਾਂ ਨੂੰ ਫਾਂਸੀ ਨਹੀਂ ਦੇਣਾ ਚਾਹੁੰਦਾ, ਮੈਂ ਉਮਰ ਕੈਦ 'ਚ ਇਹਨੂੰ ਖਤਮ ਕਰ ਦੇਣਾ ਚਾਹੁੰਦਾ ਸਜ਼ਾ ਨੂੰ, ਪਰ ਇਹਨਾਂ ਨੂੰ ਘੱਟੋ ਘੱਟ ਇਹ ਤਾਂ ਨਾ ਲਾਣ ਨਾਅਰੇ। ਉਹਨਾਂ ਨੂੰ ਹੋਰ ਚਾਅ ਚੜ੍ਹ ਜਾਂਦਾ ਜਿੰਦੇ ਸੁੱਖੇ ਨੂੰ। ਔਰ ਜਿਸ ਦਿਨ ਉਹ ਜੱਜ ਫਾਈਨਲੀ ਆਪਣਾ ਫੈਸਲਾ ਸੁਣਾਉਂਦਾ ਸਜ਼ਾਏ ਮੌਤ ਦਾ, ਤੇ ਇਹ ਖੁਸ਼ੀ ਦੇ ਵਿੱਚ ਝੂਮਦੇ ਆਇਆ ਉਹਨੂੰ ਕਹਿੰਦੇ ਨੇ ਕਿ ਤੂੰ ਸ਼ਾਮ ਨੂੰ ਸਾਡੀ ਬੈਰਕ 'ਚ ਆਈ, ਅਸੀਂ ਤੇਰਾ ਮੂੰਹ ਮਿੱਠਾ ਕਰਵਾਉਣਾ, ਤੂੰ ਸਾਡਾ ਮੌਤ ਲਾੜੀ ਨਾਲ ਵਿਆਹ ਰਚਾ ਰਿਹਾ। ਔਰ ਉਹ ਭਿੱਜੀਆਂ ਅੱਖਾਂ ਦੇ ਨਾਲ ਉਹ ਬਾਅਦ ਦੇ ਵਿੱਚ ਇਹ ਕਈ ਥਾਂ ਤੇ ਲਿਖਣ ਪੜ੍ਹਨ 'ਚ ਆਇਆ ਕਿ ਉਸ ਦੇ ਡਰਾਇੰਗ ਰੂਮ 'ਚ ਜਿੰਦੇ ਸੁੱਖੇ ਦੀ ਤਸਵੀਰ ਲੱਗੀ ਹੋਈ ਹੈ ਜਿਹੜੀ ਕਿ ਉਸ ਨੇ ਮੰਗੀ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ। ਉਹਨੇ ਕਿਹਾ ਵੀ ਇਸ ਕਿਸਮ ਦੇ ਕਿਰਦਾਰ ਕਦੇ ਹੀ ਇਸ ਧਰਤੀ ਤੇ ਆਉਂਦੇ ਨੇ। ਹੁਣ ਜਿਹੜਾ ਅਸਿਸਟੈਂਟ ਪੁਲਿਸ ਕਮਿਸ਼ਨਰ ਸੀ BS ਮੋਹਿਤੇ ਉੱਥੇ ਪੂਨੇ ਦੇ ਵਿੱਚ, ਉਹਨੇ ਜਿਹੜੇ ਆਪਣੇ ਮੈਮੋਇਰ ਲਿਖੇ ਕਿ ਵੀ ਉੱਥੇ ਕੀ ਹੈ, ਟਾਈਮਜ਼ ਆਫ ਇੰਡੀਆ ਨੇ ਇਸ ਦੇ ਜਿਹੜੇ ਪੈਰਾਗ੍ਰਾਫ ਜਿਹੜਾ ਇਸ ਨਾਲ ਸੰਬੰਧਿਤ ਸੀ ਛਾਪੇ, ਔਰ ਸਹਾਇਕ ਪੁਲਿਸ ਕਮਿਸ਼ਨਰ BS ਮੋਹਿਤੇ ਨੇ ਕਿਹਾ ਕਿ ਕਿਵੇਂ 9 ਅਕਤੂਬਰ ਦੀ ਸਵੇਰ ਕਿਵੇਂ ਸੀ, 3:30 ਵਜੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਉਹਨਾਂ ਨੇ ਕਿਹਾ ਉਹਨਾਂ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਪਾਠ ਕੀਤਾ ਅਤੇ ਐਨ ਸਵੇਰ ਦੇ 3 ਵਜੇ ਫਾਂਸੀ ਲਈ ਤਿਆਰ ਹੋ ਗਏ। ਜਦੋਂ ਉਹਨਾਂ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਫਾਂਸੀ ਲੱਗਣ ਤੋਂ ਪਹਿਲਾਂ ਤੱਕ ਭਾਈ ਜਿੰਦਾ ਤੇ ਭਾਈ ਸੁੱਖਾ ਉਵੇਂ ਹੀ ਕਾਇਮ ਸੀ ਜਿਵੇਂ ਉਹ ਪਹਿਲਾਂ ਰਹਿੰਦੇ ਸੀ। ਉਹਨਾਂ ਨੇ ਜੇਲ੍ਹ ਦੇ ਵੱਡੇ ਅਫਸਰ ਤੇ ਪੁਲਿਸ ਅਫਸਰਾਂ ਨਾਲ ਹੱਥ ਮਿਲਾ ਕੇ ਉਹਨਾਂ ਦਾ ਧੰਨਵਾਦ ਕੀਤਾ। ਇਹ ਧੰਨਵਾਦ ਜੇਲ੍ਹ ਵਿੱਚ ਰਹਿਣ ਸਮੇਂ ਅਫਸਰਾਂ ਵੱਲੋਂ ਉਹਨਾਂ ਨਾਲ ਕੀਤੇ ਗਏ ਸ਼ਾਨਦਾਰ ਵਿਹਾਰ ਕਰਕੇ ਸੀ ਕਿ ਭਾਈ ਤੁਸੀਂ ਚੰਗਾ ਸਲੂਕ ਕੀਤਾ। चंगा की हो तो हाथ जोड़ के कहते से जिंदा सुखा भाई जो मर्जी हमें कहो, हम तुम्हारी सेवा में हाजिर हैं। अब यहाँ से भागना नहीं है, जेल से मत चले जाना, हमारे परिवार जो है वो उनका गुजारा नहीं होगा, भूखे मर जाएंगे। क्योंकि उन्होंने ये सी भी ये जिन ने ये जो चाहन, और उन्होंने कहते भी सी कि हुण असीं शहीदी पाउणी है। वैसे तुहाडीਆਂ जेलां जोलां सानू नहीं रो, और उन्होंने पता सी कि भी जिंदा किवें गुजरात पुलिस की कस्टडी चों निकलिया, किवें दिल्ली चों निकलिया। वो पीरियड सी कि जिंदा तो हरी सिंह नाल हुआ सी, आज जिंदा कानपुर में, आज जिंदा दिल्ली में, आज जिंदा पुणे में, और मावा आ गए न्याणे लै जांदियां सी भी सारे शहर बंद हो जांदा सी भी जिंदा। कई बारी इक्को थावां ते तीन थावां ते खबरां लगियां होंदियां कि इत्थे भी उहनूं कहंदे सी भी ये बंदा है कि जिन है कि भी पुणे भी है, कानपुर भी है, दिल्ली भी है। क्योंकि उन्हां दे कारनामे इस लैवल दे सी, और उन्होंने ਕਿਸੇ ਬੇਗੁਨਾਹ ਨੂੰ ਨਹੀਂ ਲੱਭ ਕੇ ਜਨਰਲ ਵੈਦਿਆ ਦੇ ਨਾਲ ਤਾਂ ਕਿਉਂਕਿ ਕੇਸ ਹੀ ਇੰਨਾ ਵੱਡਾ ਹੈ ਕਿ ਨਾ ਉਹਨਾਂ ਦੇ ਨਾਲ ਹੀ ਜੁੜ ਗਿਆ, ਪਰ ਉਹਨਾਂ ਨੇ ਬਹੁਤ ਸਾਰਿਆਂ ਨੂੰ, ਅਰਜਨ ਕੁਮਾਰ ਦਿੱਲੀ 'ਚ, ਕਾਨਪੁਰ ਦਾ MLA ਜਿਹਨੇ ਸਿੱਖਾਂ ਨੂੰ ਮਾਰਿਆ, ਲਲਿਤ ਮਾਕਨ ਦੇ ਨਾਲ, ਔਰ ਹੋਰ ਕਿੰਨੇ ਜਿਹੜੇ ਨੇ, ਇੱਕ ਲੰਬੀ ਲਿਸਟ ਹੈ ਜਿਹੜੀ ਉਹਨਾਂ ਦੀ, ਉਹ ਸਾਰੇ ਦੀ ਹੈ। ਔਰ ਦੂਸਰਾ ਦੁਸ਼ਮਣ ਦੀ ਜੇ ਅਸੀਂ ਨਿਗਾਹ 'ਚ ਦੇਖਣਾ ਹੋਏ ਕਿ ਕਿਸ ਲੈਵਲ ਦੇ ਸਾਡੇ ਯੋਧੇ ਨੇ, वेद मरवाहा ਜਿਹੜਾ ਦਿੱਲੀ ਦਾ ਪੁਲਿਸ ਕਮਿਸ਼ਨਰ ਸੀ, ਔਰ ਉਹਨੇ ਹੀ ਪਹਿਲੀ ਵਾਰੀ ਗ੍ਰਿਫਤਾਰ ਕੀਤਾ ਜਿੰਦੇ ਨੂੰ, ਫਿਰ ਕਸਟਡੀ ਚੋਂ ਨਿਕਲ ਗਿਆ ਸੀ, ਫਿਰ ਦੂਜੀ ਵਾਰ ਕੀਤਾ।
ਔਰ ਉਹਨੇ ਰਿਟਾਇਰਮੈਂਟ ਤੋਂ ਬਾਅਦ ਵੇਦ ਮਰਵਾ ਨੇ ਉਹਨੂੰ ਗਵਰਨਰ ਵੀ ਬਣਾਇਆ ਸੀ ਮਨੀਪੁਰ ਦਾ ਔਰ ਮਿਜ਼ੋਰਮ ਦਾ ਸ਼ਾਇਦ। ਜੀ। ਔਰ ਉਹਨੇ ਇੱਕ ਕਿਤਾਬ ਲਿਖੀ ਅਨਸਿਵਲ ਵਾਰਸ ਪੈਥੋਲੋਜੀ ਆਫ ਟੈਰਰਿਜ਼ਮ ਇਨ ਇੰਡੀਆ, ਇਹ ਕਿਤਾਬ ਦਾ ਨਾਂ ਹੈ ਉਹਦੀ, ਵੇਦ ਮਰਵਾ ਦੀ। ਔਰ ਉਹਦੇ 'ਚ ਉਹਨੇ ਪੂਰੇ 2 ਸਫ਼ੇ ਜਿੰਦਾ ਦੀ ਸ਼ਖਸੀਅਤ ਦੇ ਉੱਤੇ ਲਿਖੇ। ਉਹਨਾਂ ਨੇ ਜਿੰਦੇ ਨੇ ਇਹ ਜਿਹੜਾ ਕਿਹਾ ਕਿ ਵੀ ਅਨਸਿਵਲ ਵਾਰਸ ਪੈਥੋਲੋਜੀ ਆਫ ਟੈਰਰਿਜ਼ਮ ਇਨ ਇੰਡੀਆ 16 ਨੰਬਰ ਪੇਜ ਹੈ। ਉਹਦੇ 'ਚ ਉਹਨਾਂ ਦਾ ਜਿਹੜਾ ਇੱਕ ਦਾ ਤਾਂ ਹੈਡਿੰਗ ਹੀ ਇਹ ਹੈ ਕਿ ਜਿੰਦਾ ਵਾਜ਼ ਨਾਟ ਐਨ ਆਰਡੀਨਰੀ ਮੈਨ। ਔਰ ਮੈਂ ਉਹ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਸਾਡੇ ਲਈ ਅੱਜ ਹੋਰ ਵੀ ਅਹਿਮੀਅਤ ਵਾਲੇ ਸਬਜੈਕਟ ਨੇ ਡਿਸਕਸ ਕਰਨ ਵਾਲੇ। ਪਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਕਿਸ ਲੈਵਲ ਦਾ ਇਹ ਕਰੈਕਟਰ ਸੀ। ਇੱਥੋਂ ਉਹਨਾਂ ਨੇ ਸ਼ੁਰੂ ਕੀਤਾ ਕਿ ਵੀ ਜਿੰਦਾ ਵਾਜ਼ ਨੋ ਆਰਡੀਨਰੀ ਮੈਨ। He was arrested twice by Delhi police during my tenure as Commissioner of Police, Delhi. This self-confessed killer was not just a ruthless killer. He had another side to his personality. He could be charming and humorous, even when injured and battling for his life. When I met him after his arrest by Delhi police, he seemed anything but a psychopath. He had psychological traits which made him an extraordinary person, but these didn't make him mentally unsound. ਹੁਣ ਆਮ ਤੌਰ ਤੇ ਜਿਹੜੇ ਲੋਕ ਟੈਰਰਿਸਟ ਜਾਂ ਦਹਿਸ਼ਤਗਰਦੀ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਉਹ ਪੈਥੋਲੋਜੀਕਲ ਫਿਨੋਮੇਨਾ ਹੁੰਦਾ ਹੈ ਕਿ ਜੀ ਮੈਂਟਲ। ਉਹਨੇ ਕਿਹਾ ਵੀ ਇੰਨਾ ਕੌਨਫੀਡੈਂਸ, ਇੰਨਾ ਚਾਰਮਿੰਗ, ਇੰਨਾ ਵੀ ਉਹ ਜਿਹੜਾ ਜਿੰਦੇ ਦੀ ਪਰਸਨੈਲਿਟੀ ਦਾ ਦੂਸਰਾ ਹਿੱਸਾ ਉਹਨੂੰ ਮਿਲ ਕੇ ਕਦੇ ਲੱਗਦਾ ਹੀ ਨਹੀਂ ਵੀ ਇਹ ਇੰਨਾ ਰੂਥਲੈਸ ਕਿਲਰ ਹੋਏਗਾ। ਉਹ ਤਾਂ ਹੁਣ ਆਪਣੀ ਲੈਂਗੁਏਜ ਇਸਤੇਮਾਲ ਕਰ ਰਿਹਾ। ਫਿਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ first arrest. Jinda was first arrested by Delhi police in 1985, more by chance than owing to any previous knowledge that he was an active terrorist. ਫਿਰ ਉਹਨੇ ਕਿਹਾ ਜੀ ਬਹੁਤ ਸਾਰੀਆਂ ਬੈਂਕ ਰੋਬਰੀਜ਼ ਦਿੱਲੀ 'ਚ ਹੋ ਰਹੀਆਂ ਸੀ, ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਕੀ ਹੋ ਰਿਹਾ। ਮੈਨੂੰ ਰੋਜ਼ਾਨਾ ਮੇਰੀ ਖਿਚਾਈ ਹੁੰਦੀ ਸੀ ਯੂਨੀਅਨ ਹੋਮ ਮਿਨਿਸਟਰੀ ਤੋਂ, ਮੀਡੀਆ ਰਾਹੀਂ ਵੀ। ਜਦੋਂ ਇੱਕ ਵਾਰ ਅਚਾਨਕ ਜਿੰਦਾ ਸਾਡੇ ਨੈਟ 'ਚ ਆ ਗਿਆ ਤਾਂ ਉਦੋਂ ਸਾਨੂੰ ਪਤਾ ਲੱਗਾ ਵੀ ਇਹ ਸਾਰੀਆਂ ਬੈਂਕ ਰੋਬਰੀਜ਼ ਔਰ ਦੂਜੀਆਂ ਦਾ ਇਹੀ ਕਰ ਰਹੇ ਨੇ, ਜਿੱਥੋਂ ਮਰਜ਼ੀ ਕਢਾ ਕੇ ਲੈ ਜਾਂਦੇ ਸੀ। ਉਹਨੇ ਕਿਹਾ ਕਿ ਵੀ ਮੈਨੂੰ ਜਦੋਂ ਕਿਹਾ ਜਿੰਦੇ ਨੇ ਆਪਣਾ, ਜਦੋਂ ਮੈਂ ਉਹਨੂੰ ਮਿਲਿਆ ਔਰ ਉਹਨੇ ਓਨਲੀ ਔਨ ਦਾ ਡੇ ਆਫਟਰ ਹਿਜ਼ ਅਰੈਸਟ when during interrogation Jinda started speaking about Pakistani plans for shootouts at public places and killings of Hindus to create Hindu-Sikh riots, that the police realized that they had a big catch in their hand. ਇਹ ਉਹਨੇ ਕੋਲੋਂ ਲਾਇਆ ਹੋਇਆ। ਔਰ ਉਹਨੇ ਕਿਹਾ ਜੀ ਮੈਨੂੰ ਐਡੀਸ਼ਨਲ ਕਮਿਸ਼ਨਰ ਪੁਲਿਸ ਕ੍ਰਾਈਮ ਆਰ ਕੇ ਸ਼ਰਮਾ ਨੇ ਫੋਨ ਕੀਤਾ ਸੰਡੇ ਮਾਰਨਿੰਗ, ਤਾਂ ਉਹਨੇ ਮੈਨੂੰ ਕਿਹਾ ਕਿ ਵੀ ਇੱਕ ਬਹੁਤ ਵੱਡੀ ਫਿਸ਼ ਸਾਡੇ ਜਾਲ 'ਚ ਫਸੀ ਹੈ। ਇੰਟੈਰੋਗੇਸ਼ਨ। I decided to go to the crime branch interrogation center to talk to this very ordinary looking man for over 1 hour and was fascinated by not only what he told me but the way he narrated his story. ਕਹਿੰਦਾ ਜਦੋਂ ਮੈਂ ਮਿਲਣ ਗਿਆ ਸਧਾਰਨ ਜਿਹਾ ਲੱਗਦਾ ਸੀ, ਕਹਿੰਦਾ ਮੈਨੂੰ ਹੈਰਾਨੀ ਹੋਈ ਕਿ ਕਿੰਨਾ ਫੈਸੀਨੇਟਿੰਗ ਸਟਾਈਲ ਹੈ। ਔਰ ਇਹ ਨਹੀਂ ਹੈ ਕਿ ਵੀ ਉਹਨੇ ਮੈਨੂੰ ਕੀ ਕਿਹਾ, ਪਰ ਜਿਵੇਂ ਉਹਦਾ ਅੰਦਾਜ਼ ਸੀ ਉਹ ਕਹਾਣੀ ਸੁਣਾਉਣ ਦਾ, he had no fear and no remorse. ਉਹਨੂੰ ਨਾ ਕੋਈ ਪਛਤਾਵਾ ਸੀ ਨਾ ਕੋਈ ਖੌਫ ਸੀ। He rather enjoyed talking about his many escapades in which police, like in the Bombay films, didn't come out very well. ਕਹਿੰਦਾ ਵੀ ਉਹ ਇੰਜੋਏ ਕਰ ਰਿਹਾ ਸੀ ਕਿ ਅਸੀਂ ਤੁਹਾਡੀ ਪੁਲਿਸ ਨੂੰ ਕਿੱਥੇ ਕਿੱਥੇ ਚਕਮਾ ਦਿੱਤਾ ਸੀ, ਜਦੋਂ ਚਾਹੀਏ ਜਿੱਥੇ ਚਾਹੀਏ ਚਲੇ ਜਾਈਏ, ਤੁਸੀਂ ਸਾਨੂੰ ਫੜ ਨਹੀਂ ਸਕਦੇ। ਉਹਨੇ ਕਿਹਾ ਵੀ ਉਹ here a young man from Amritsar had actually succeeded in getting the better of the entire Delhi police force, and that was something which gave him tremendous satisfaction. ਕਿ ਵੀ ਇੱਕ ਅੰਮ੍ਰਿਤਸਰ ਦਾ ਸਧਾਰਨ ਜਿਹਾ ਮੁੰਡਾ, ਉਹਨੇ ਕਿੰਨੇ ਚਕਮੇ ਦਿੱਤੇ ਪੁਲਿਸ ਨੂੰ, ਤੇ ਕਿਵੇਂ ਜਿਹੜੀ ਹੈ ਪੁਲਿਸ ਬਿਲਕੁਲ ਬੇਸਹਾਰਾ ਮਹਿਸੂਸ ਕਰਦੀ ਸੀ ਕਿ ਵੀ ਉਹਨਾਂ ਦੇ ਹੱਥ ਜਿਹੜਾ ਉਹ ਸੁਰਾਗ ਹੀ ਨਹੀਂ ਲੱਗ ਰਿਹਾ। ਬੈਂਕ ਡਕੈਤੀਆਂ ਵੀ ਹੋ ਰਹੀਆਂ ਨੇ, ਦੂਸਰਾ ਵੀ ਹੋ ਰਿਹਾ। ਉਹਨੇ ਕਿਹਾ ਉਹਦੇ 'ਚ ਉਹਨੂੰ ਬੜੀ ਖੁਸ਼ੀ ਸੀ। Even at that stage, though we didn't know much about his terrorist anecdotes, he talked in terms of them and us. ਇਹ ਹੈ। ਉਹਨੇ ਕਿਹਾ ਭਾਵੇਂ ਸਾਨੂੰ ਉਦੋਂ ਪਤਾ ਨਹੀਂ ਸੀ ਵੀ ਇਹ ਇੰਨਾ ਖਤਰਨਾਕ ਹੈ ਬੰਦਾ, ਪਰ ਕਹਿੰਦਾ ਜਦੋਂ ਗੱਲ ਕਰ ਰਿਹਾ ਸੀ ਉਹ ਇਵੇਂ ਕਰ ਰਿਹਾ ਸੀ ਕਿ ਅਸੀਂ ਤੇ ਤੁਸੀਂ, ਮਤਲਬ ਦੋ ਧਿਰਾਂ ਸੀ, ਖਾਲਿਸਤਾਨ ਵਾਲੇ, ਤੁਸੀਂ ਇੰਡੀਆ ਵਾਲੇ, ਤੁਸੀਂ ਸਾਡੇ ਨਾਲ ਇਹ ਕੀਤਾ, ਅਸੀਂ ਤੁਹਾਨੂੰ ਹੁਣ ਆਹ ਕੀਤਾ ਜੇ ਅਸੀਂ ਆਹ ਕਰਨਾ, ਵੀ ਉਹ ਇਸ ਟਰਮ 'ਚ। ਇਟ ਸਟਕ ਮੀ even then that he was more forthcoming and almost friendly with me, because here he was talking to a head of Delhi police on an equal footing.
ਉਹ ਮੇਰੇ ਨਾਲ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ, ਉਹਨੂੰ ਕੋਈ ਕੰਪਲੈਕਸ ਨਹੀਂ ਸੀ। ਹੀ ਹੈਡ ਨੋ ਹੈਜ਼ਿਟੇਸ਼ਨ ਇਨ ਟੈਲਿੰਗ ਮੀ ਅਬਾਊਟ ਹਿਜ਼ ਅਨਹੈਪੀ ਚਾਈਲਡਹੁੱਡ ਐਂਡ ਹਿਜ਼ ਪੈਟੀ ਕ੍ਰਾਈਮ। ਉਹਨੇ ਕਿਹਾ ਉਹ ਮੈਨੂੰ ਆਪਣੀਆਂ ਬਚਪਨ ਦੀਆਂ ਵੀ ਕਹਾਣੀਆਂ ਸੁਣਾ ਰਿਹਾ ਸੀ ਵੀ ਮੈਂ ਕਿੱਥੇ ਕੀ ਕੀਤਾ, ਉਹਨੂੰ ਕੋਈ ਨਹੀਂ ਸੀ। ਹੀ ਵਾਜ਼ ਲੇਟਰ ਟ੍ਰਾਂਸਫਰਡ ਟੂ ਗੁਜਰਾਤ ਫਰੋਮ ਵੇਅਰ ਹੀ ਐਸਕੇਪਡ ਵਾਈਲ ਬੀਂਗ ਐਸਕॉर्टेड ਫਰੋਮ ਦਾ ਜੇਲ੍ਹ ਟੂ ਦਾ ਟ੍ਰਾਇਲ ਕੋਰਟ। ਕਿਉਂਕਿ ਜਦੋਂ ਦਿੱਲੀ ਪੁਲਿਸ ਨੇ ਫੜ ਲਿਆ ਤੇ ਗੁਜਰਾਤ ਵੀ ਇਹਨਾਂ ਨੇ ਬੈਂਕ ਸਾਫ਼ ਕੀਤੇ ਹੋਏ ਸੀ, ਸੋ ਬੈਂਕ ਗੁਜਰਾਤ ਪੁਲਿਸ ਦੇ ਹਵਾਲੇ ਕੀਤਾ। ਤੋ ਵੇਦ ਮਰਵਾਹ ਕਹਿੰਦਾ ਵੀ ਉਹ ਚਕਮਾ ਦੇ ਕੇ ਗੁਜਰਾਤੀਆਂ ਦੀ ਪੁਲਿਸ ਚੋਂ ਫਰਾਰ ਹੋ ਗਿਆ। ਆਫਟਰ ਹਿਜ਼ ਐਸਕੇਪ ਹੀ ਸਟਾਰਟਡ ਕਮਿਟਿੰਗ ਇਵਨ ਮੋਰ ਡੇਅਰਿੰਗ ਐਕਟਸ ਆਫ ਟੈਰਰਿਜ਼ਮ। ਜਦੋਂ ਨਿਕਲ ਗਿਆ ਉਹਨਾਂ ਚੋਂ, ਉਹਨੇ ਕਿਹਾ ਫਿਰ ਉਹਨੇ ਹੋਰ ਵੀ ਵੱਡੇ, ਹੀ ਬਿਕੇਮ ਏ ਫੀਅਰ ਟੈਰਰਿਸਟ ਐਂਡ ਵਾਜ਼ ਵੈਲ ਨੋਨ ਬੋਥ ਇਨ ਦਿੱਲੀ ਐਂਡ ਪੰਜਾਬ। We learnt about his involvement in the killing of Lalit Makhan, Congress MP, and Arjun Das, a close Sanjay Gandhi associate. ਉਹਨੇ ਕਿਹਾ ਜੀ ਉਹਦਾ ਇੰਨਾ ਕੁ ਡਰ ਪੈ ਗਿਆ, ਉਹਨੇ ਬਹੁਤ ਕਾਰਨਾਮੇ ਕੀਤੇ, ਲਲਿਤ ਮਾਕਨ ਨੂੰ ਵੀ ਮਾਰਿਆ ਜਿਹੜਾ ਨਵੰਬਰ 84 ਚ ਦੋਸ਼ੀ ਸੀ, ਅਰਜਨ ਦਾਸ ਨੂੰ ਵੀ। ਫਿਰ ਸੈਕੰਡ ਮੀਟਿੰਗ ਉਹਨੇ ਟਾਈਟਲ ਦਿੱਤਾ ਆਪਣਾ। He was arrested for the second time by the Delhi police in August 1987 in an encounter in the civil lines area in which he was seriously injured. ਇਹ ਐਨਕਾਊਂਟਰ ਨਹੀਂ ਸੀਗਾ, ਮੁਖਬਰੀ ਸੀ ਔਰ ਸੁੱਤੇ ਪਏ ਹੀ ਉਹਨਾਂ ਨੂੰ ਦਬੋਚ ਲਿਆ ਸੀ, ਜਿੰਦੇ ਨੂੰ ਵੀ ਔਰ ਬਾਵੇ ਨੂੰ ਵੀ, ਸਤਨਾਮ ਸਿੰਘ ਬਾਵਾ। ਉਹਨਾਂ ਨੇ ਕਿਹਾ ਵੀ ਉਹ ਕਾਫੀ ਸੀਰੀਅਸ ਜ਼ਖਮੀ ਹੋਇਆ ਕਿਉਂਕਿ ਇਹਨਾਂ ਨੂੰ ਸੀ ਇਹਨੇ ਫਿਰ ਦੌੜ ਜਾਣਾ। ਜਦੋਂ ਉਹਨਾਂ ਨੂੰ ਸੁੱਤੇ ਪਏ ਹੀ ਫੜਿਆ, ਉਹਨੇ ਲੱਤਾਂ ਤੇ ਗੋਲੀਆਂ ਦੋਨਾਂ ਤੇ ਮਾਰ ਕੇ ਉਹਨੂੰ ਬਿਲਕੁਲ ਕਰਤਾ ਕਿ ਵੀ ਇਹ ਉਹ ਭੱਜਣਾ ਜਾ, ਉਹਨੂੰ ਸੀ ਵੀ ਇਹਨੇ ਨਿਕਲ ਜਾਣਾ। ਸੋ ਉਹਨੇ ਕਿਹਾ ਹੀ ਵਾਜ਼ ਟੇਕਨ ਟੂ ਸਿਵਲ ਲਾਈਨ ਪੁਲਿਸ ਸਟੇਸ਼ਨ before the arrival of an ambulance आई। This time there was no doubt that Delhi police had scored a major success कि दिल्ली पुलिस बड़ी खुश सी कि एक बार तो निकल गया सी साडे जाल तो असीं फिर फड़ लिया। His capture was the result of close cooperation between Delhi police and the intelligence bureau। ਹੁਣ ਮੰਨ ਰਿਹਾ, ਹੁਣ IB ਨੇ ਟਿਪ ਦਿੱਤਾ, ਵਿੱਚੋਂ ਸੀ ਇੱਕ ਬੰਦਾ ਜਿਹੜਾ ਅੰਦਰ ਵੜਿਆ ਹੋਇਆ ਸੀ, ਉਹਦੀ ਟਿਪ ਆਫ ਤੇ। I learnt about the encounter on my wireless set and rushed to the police station within a few minutes। ਮੈਨੂੰ ਪਤਾ ਲੱਗਾ ਵੀ ਫੜਿਆ ਗਿਆ, ਮੈਂ ਦੌੜਿਆ ਜਿਹੜਾ ਉਸ ਨੂੰ ਦੇਖਣ ਦੇ ਲਈ। ਜਿੰਦਾ was being moved into the ambulance on a stretcher when he saw me। He immediately recognized me and greeted me with a big smile। He must have been in terrible agony, but that didn't stop him from joking। मुबारक हो, अब तो आपको बहुत बड़ी तरक्की मिलेगी, दिल्ली पुलिस ने मुझे पकड़ लिया है। उन्हें फिर उसकी अंग्रेजी की है। Here was a man almost on the deathbed। खून निकल रहा है सारे पास, कहना मैनू देखते हैं, कहना मुबारक हो, हुण तुहानू ओहदा मिलेगा। कहना मैं हैरान है, here was a man almost on his deathbed and yet he had the audacy to poke fun and laugh। कि मौत नाल खेड रहा है, मौत वाल जा रहा है और उन्होंने फन और जोक्स सुझ रहे हैं। I could see that he was enjoying the thought of not only making the supreme sacrifice for the cause in which he believed, but of being able to be one up on the commissioner of Delhi police। ਕਿ ਉਹਨੂੰ ਇਵੇਂ ਫਖਰ ਲੱਗ ਰਿਹਾ ਸੀ ਕਿ ਮੈਂ ਆਪਣੇ ਕਾਜ਼ ਲਈ ਤੁਰਿਆ ਔਰ ਹੁਣ ਮੈਂ ਵੱਡੀ ਕੁਰਬਾਨੀ ਜਿਹੜੀ ਹੈ ਮੇਰੀ ਝੋਲੀ 'ਚ ਪੈਣੀ ਹੈ। ਪਰ ਉਹਨੂੰ ਇਹ ਵੀ ਸੀ ਵੀ ਮੈਂ ਇਹ ਪੁਲਿਸ ਕਮਿਸ਼ਨਰ ਨੂੰ, ਜਿਹੜਾ ਆਪਣੇ ਆਪ ਨੂੰ ਵੇਦ ਮਰਵਾ ਕਹਿ ਰਿਹਾ, ਕਿ ਵੀ ਇਹਨੂੰ ਵੀ ਮੈਂ ਚੰਗੇ ਚਕਮੇ ਦਿੱਤੇ ਨੇ। ਹੀ ਵਾਜ਼ ਟੇਕਨ ਟੂ ਦਾ ਆਰਮੀ ਹਸਪੀਟਲ ਇਨ ਦਾ ਕੰਟੋਨਮੈਂਟ ਬਿਕਾਜ਼ ਆਫ ਸਿਕਿਉਰਿਟੀ ਕੰਸੀਡਰੇਸ਼ਨਸ ਐਂਡ ਮਿਰਾਕੂਲਸਲੀ ਹੀ ਰਿਸਪੋਂਡਡ ਟੂ ਦਾ ਟ੍ਰੀਟਮੈਂਟ ਆਫਟਰ ਏ ਸਕਸੈਸਫੁਲ ਆਪਰੇਸ਼ਨ। ਕਿ ਉਹ ਸਿਕਿਉਰਿਟੀ ਕਰਕੇ ਉਹਨਾਂ ਨੂੰ ਲੱਗਾ ਸਿਵਲ 'ਚ ਦੌੜ ਜਾਣਾ, ਇਹਨੇ ਜ਼ਖਮੀ 'ਚ ਵੀ ਉਹ ਫੌਜ ਦੇ ਕਬਜ਼ੇ 'ਚ ਦੇ ਦਿੱਤਾ ਉਹਨੂੰ, ਫੌਜੀ ਹਸਪੀਟਲ। ਉਹਨਾਂ ਨੇ ਕਿਹਾ ਵੀ ਉੱਥੇ ਉਹਦੀ ਸਰਜਰੀ ਹੋਈ ਔਰ ਜਿਵੇਂ ਕਰਾਮਾਤ ਹੁੰਦੀ ਹੈ ਉਹ ਫਿਰ ਠੀਕ ਹੋ ਗਿਆ। ਹੀ ਵਾਜ਼ ਟੇਕਨ ਟੂ ਦਾ ਆਰਮੀ ਹਸਪੀਟਲ ਇਨ ਕੈਂਟੋਨਮੈਂਟ ਬਿਕਾਜ਼ ਆਫ ਸਿਕਿਉਰਿਟੀ ਕੰਸੀਡਰੇਸ਼ਨ ਐਂਡ ਮਿਰਾਕੂਲਸਲੀ, ਜਿਵੇਂ ਕਰਾਮਾਤ ਨਾਲ ਠੀਕ ਹੁੰਦਾ। ਹੀ ਰਿਸਪੋਂਡਡ ਟੂ ਦਾ ਟ੍ਰੀਟਮੈਂਟ ਆਫਟਰ ਸਕਸੈਸਫੁਲ ਆਪਰੇਸ਼ਨ। ਆਈ ਵੈਂਟ ਟੂ ਸੀ ਹਿਮ ਅਲੋਂਗ ਵਿਦ DCP ਕ੍ਰਾਈਮ, ਦਿੱਲੀ ਕਮਿਸ਼ਨਰ ਪੁਲਿਸ। ਕਹਿੰਦਾ ਮੈਂ ਉਹਨੂੰ ਫਿਰ ਦੇਖਣ ਗਿਆ, ਕ੍ਰਾਈਮ ਦੇ DCP। ਦਿਸ ਟਾਈਮ not to interrogate him but to see someone who had earned my respect। ਕਿ ਮੈਂ ਹੁਣ ਇੰਟਰੋਗੇਸ਼ਨ ਲਈ ਨਹੀਂ ਗਿਆ, ਮੈਂ ਤਾਂ ਉਹਦਾ ਇੱਕ ਤਾਰੀਫ ਕਰਨ ਵਾਲਾ, ਉਸ ਦਾ ਪ੍ਰਸ਼ੰਸਕ ਬਣ ਚੁੱਕਾ ਸੀ। ਮੈਂ ਕਹਿੰਦਾ ਇਹ ਮੰਨਣਾ ਚਾਹੁੰਦਾ ਕਿ ਮੇਰਾ ਇਹ ਬਿਹੇਵ ਪੁਲਿਸ ਵਾਲਾ ਨਹੀਂ ਸੀ। ਦਿਸ ਟਾਈਮ not to interrogate him but to see someone who had earned my respect। I must confess that then my feelings for this man were not that of a professional police officer of an outlaw, but were mixed with some warmth and admiration। ਕਿ ਮੈਂ ਹੁਣ ਪੁਲਿਸ ਵਾਲੇ ਵਾਂਗ ਨਹੀਂ ਸੀ ਸੋਚਦਾ, ਮੈਂ ਤਾਂ ਗਰਮਜੋਸ਼ੀ ਦੇ ਨਾਲ
ਔਰ ਐਡਮੀਰੇਸ਼ਨ ਪ੍ਰਸ਼ੰਸਾ ਨਾਲ ਭਰਿਆ ਹੋਇਆ ਸੀ ਵੀ ਕਿਸ ਇਹ ਹੈ ਦੁਸ਼ਮਣ ਦੀ ਟ੍ਰਿਬਿਊਟ। ਔਰ ਇਹ ਤਾਂ ਉਹਨਾਂ ਦਾ ਫਿਰ ਜਿਹੜਾ ਉਹਨਾਂ ਦਾ ਅਖੀਰਲੇ ਜਦੋਂ ਤੁਸੀਂ ਦੇਖਦੇ ਹੋ ਪੂਨਾ ਜੇਲ੍ਹ 'ਚ ਹੁੰਦੇ ਆ ਜਾਂ ਦੂਜਾ ਜਦੋਂ ਉਹ ਆ ਜਾਂਦੇ ਨੇ ਫਾਂਸੀ ਦੇ ਤਖਤੇ ਕੋਲ ਤੇ ਉਹਨਾਂ ਨੂੰ ਉਹ ਕਹਿੰਦੇ ਨੇ ਜੀ ਖਾਹਿਸ਼, ਪਹਿਲਾਂ ਤਾਂ ਉਹਨੂੰ ਉਹ ਕਹਿੰਦੇ ਨੇ ਅਦਵਾਣੇ ਖਾਣੇ ਉਹ ਕਹਿੰਦੇ ਅਕਤੂਬਰ ਦੇ ਮਹੀਨੇ 'ਚ ਕਹਿੰਦੇ ਚਲੋ ਅਦਵਾਣੇ ਨਹੀਂ ਕੋਈ ਨਹੀਂ ਅਸੀਂ ਰਸਾ ਆਪ ਪਾਵਾਂਗੇ ਆਪਣੇ ਗਾਲ 'ਚ। ਪਹਿਲਾਂ ਉਹਨਾਂ ਨੇ ਕਿਹਾ ਸੀ ਕੋਈ ਜੇਲ੍ਹੀਆਂ ਦੇ ਕੱਪੜੇ ਕੁਪੜੇ ਨਹੀਂ ਪਾ, ਪੂਰੇ ਉਹ ਜਿਹੜੇ ਉਹਨਾਂ ਦੇ ਚੋਲੇ ਨੇ ਜਿਹੜੇ ਦਮਦਮੀ ਟਕਸਾਲ ਵੱਲੋਂ ਉਹੀ ਉਹਨਾਂ ਨੇ ਪਾਏ ਨੇ। ਉਹਨਾਂ ਦਾ ਅਖੀਰਲਾ ਪਹਿਰਾਵਾ ਜਦੋਂ ਕਿ ਉਹਨਾਂ ਫਾਂਸੀ ਦੇ ਰਸਤੇ 'ਤੇ ਚੜ੍ਹੇ ਨੇ। ਫਿਰ ਕਹਿਣ ਵੀ ਅਸੀਂ ਜਲਾਦ ਦਾ ਮੂੰਹ ਮਿੱਠਾ ਕਰਵਾਉਣਾ, ਇਹ ਸਾਡਾ ਮੌਤ ਰਾਣੀ ਨਾਲ ਵਿਆਹ ਕਰਵਾ ਰਹੇ। ਇਹ ਹੈ ਮੌਤ ਨੂੰ ਕਲੋਲਾਂ ਕਰਨ ਦੀ ਗੱਲ। ਔਰ ਜਦੋਂ ਫੈਜ਼ ਅਹਿਮਦ ਫੈਜ਼ ਦਾ ਮੈਂ ਇਹ ਸ਼ੇਅਰ ਕਹਿੰਦਾ ਤਾਂ ਮੈਂ ਕਹਿੰਦਾ ਵੀ ਕੁਛ ਉਹ ਕਰੈਕਟਰ ਨੇ ਜਿਨ੍ਹਾਂ ਨੇ ਸੱਚਮੁੱਚ ਉਸ ਸ਼ੇਅਰ ਦੇ ਵਿੱਚ ਜ਼ਿੰਦਗੀ ਭਰੀ ਹੈ ਕਿ ਜਿਸ ਧਜ ਸੇ ਕੋਈ मकतल में गया वो शान सलामत रहती है, इस जां की तो कोई बात नहीं, ये जां तो आनी जानी है। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਦੋਸਤਾਂ ਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।